ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਰੰਗ ਵਿੱਚ। ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਅੱਜ ਅਸੀਂ ਤੁਹਾਨੂੰ ਅਹਿਮ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕੈਨੇਡਾ ਸਰਕਾਰ ਵੱਲੋਂ LMIA ਦਾ ਨਵੀਂ ਪਾਲਿਸੀ ਲਾਂਚ ਕੀਤੀ ਗਈ ਹੈ। ਤੇ ਇਸ ਮਾਮਲੇ 'ਤੇ ਜਾਣਕਾਰੀ ਦੇਣ ਲਈ ਕਮਿਊਨਿਟੀ ਦੇ ਉੱਘੇ ਪੱਤਰਕਾਰ ਸਤਪਾਲ ਸਿੰਘ ਜੌਲ ਜੀ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜ ਚੁੱਕੇ ਆ। ਜੌਲ ਸਾਹਿਬ, ਸਵਾਗਤ ਹੈ ਬਹੁਤ ਬਹੁਤ ਪੰਜਾਬ ਸਟਾਰ TV 'ਤੇ। ਬਹੁਤ ਬਹੁਤ ਧੰਨਵਾਦ ਜੀ ਔਲਖ ਸਾਹਿਬ। ਸਾਰੇ ਆਪਣੇ ਦਰਸ਼ਕਾਂ ਨੂੰ ਵੀ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ ਜੀ। ਜੌਲ ਸਾਹਿਬ, ਪਹਿਲਾਂ ਤਾਂ ਮੈਂ ਨਿੱਜੀ ਤੌਰ 'ਤੇ ਜੇ ਕਹਾਂ, ਪਹਿਲਾਂ ਤੁਹਾਨੂੰ ਵਧਾਈ ਦੇਣੀ ਬਣਦੀ ਹੈ। ਇੱਕ ਅਜਿਹੀ ਜੰਗ ਜਿਹੜੀ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੜੀ ਕਈ ਸਾਲਾਂ ਤੋਂ ਬਾਅਦ, ਉਸ ਵਿੱਚ ਜਿੱਤ ਹਾਸਲ ਹੋਈ ਹੈ। ਕੀ ਕਹਿਣਾ ਚਾਹੋਗੇ ਪਹਿਲਾਂ ਆਪਣਾ ਪ੍ਰਤੀਕਰਮ ਇਸ ਨਵੀਂ ਪਾਲਿਸੀ 'ਤੇ? ਔਲਖ ਸਾਹਿਬ, ਹੁਣ ਤੇ ਵੈਸੇ ਮੈਂ ਰਿਲੈਕਸਡ ਹਾਂ, ਸੰਤੁਸ਼ਟ ਹਾਂ, ਕਿਉਂਕਿ ਵੈਸੇ ਬਹੁਤ ਇਹ ਨਾ ਜੰਗ ਦੁਵੱਲੀ ਸੀ। ਇੱਕ ਤਾਂ ਚਲੋ ਆਪਾਂ ਨੂੰ ਇੱਥੇ ਸਰਕਾਰ ਨੂੰ ਕਾਇਲ ਕਰਨਾ ਪੈਂਦਾ ਸੀ ਜੀ ਕਿ ਜੋ ਕੁਝ ਵੀ ਔਨ ਦਾ ਗਰਾਊਂਡ ਵਾਪਰ ਰਿਹਾ, ਇਸ ਨੁਕਸ ਦਾ ਜਿਹੜਾ ਕਿ ਪੁਰਾਣਾ ਹੋ ਚੁੱਕਾ LMIA ਦਾ ਸਿਸਟਮ ਸੀਗਾ, ਇਹਨੂੰ ਮਿਸਯੂਜ਼ ਕਰਕੇ ਕਿੱਦਾਂ ਵੀ ਜਾਣੀ ਇੱਥੇ ਪੁਰਾਣੇ ਜਿਹੜੇ ਆਏ ਹੋਏ ਆਪਣੇ ਬਿਜ਼ਨਸ ਕਰਕੇ ਲੋਕ ਸਥਾਪਿਤ ਹੋਣ ਤੋਂ ਬਾਅਦ ਨਵੇਂ ਆਏ ਆਉਣ ਵਾਲੇ ਭੈਣ ਭਰਾ ਉਹਨਾਂ ਨੂੰ ਲੁੱਟਣ ਦਾ ਜਿਹੜਾ ਪ੍ਰਬੰਧ ਉਹਨਾਂ ਨੇ ਕੀਤਾ ਹੋਇਆ ਇਸ ਸਰਕਾਰੀ ਸਿਸਟਮ ਨੂੰ ਵਰਤ ਕੇ। ਉਹਦੇ ਵਿੱਚ ਕਮਾਲ ਦੀ ਗੱਲ ਇਹ ਸੀ, ਪਰ ਜਦੋਂ ਸਾਡੀ ਕਮਿਊਨਿਟੀ ਦੇ ਵਿੱਚ ਵੀ ਭੈਣ ਭਰਾਵਾਂ ਨੂੰ ਪਤਾ ਲੱਗਦਾ ਸੀਗਾ, ਉਹਦੇ ਵਿੱਚੋਂ ਕਦੇ ਕਦੇ ਮੈਨੂੰ ਜਾਣੀ ਪੰਜਾਬ ਤੋਂ ਵੀ ਏਦਾਂ ਫੋਨ ਆ ਜਾਂਦੇ ਸੀਗੇ ਵੀ ਜਾਣੀ ਇਹ ਚੋਰ ਬਜ਼ਾਰੀ ਚੱਲਦੀ ਰਹਿਣ ਦਿਓ, ਵੀ ਲੋਕ ਤਾਂ ਸਾਡੇ ਪੱਕੇ ਹੋ ਹੀ ਰਹੇ ਆ ਨਾ। ਕਹਿਣ ਦਾ ਮਤਲਬ ਆ ਫਿਰ ਉੱਥੇ ਕਮਿਊਨਿਟੀ ਨੂੰ, ਲੋਕਾਂ ਨੂੰ ਵੀ ਔਲਖ ਸਾਹਿਬ ਜੀ ਮੋਟੀਵੇਟ ਕਰਨਾ ਪੈਂਦਾ ਸੀਗਾ ਵੀ ਆਪਾਂ ਇੱਕ ਵਧੀਆ ਕੌਮ ਹੈਗੇ ਆ। ਵਧੀਆ ਕੌਮ ਹੋਣ ਦਾ, ਅਣਖੀਲੇ ਹੋਣ ਦਾ ਆਪਾਂ ਫਿਰ ਸਬੂਤ ਵੀ ਦਈਏ ਵੀ ਜੇ ਅਸੀਂ ਇੱਕ ਦੇਸ਼ ਉਜਾੜ ਕੇ ਨਵੇਂ ਦੇਸ਼ ਵੱਲ ਨੂੰ ਜਾ ਰਹੇ ਹਾਂ ਤੇ ਉੱਥੇ ਜਾ ਕੇ ਵੀ ਕਹਿੰਦੇ ਆ ਵੀ ਚੋਰ ਬਜ਼ਾਰੀ ਜਿਹੜੀ ਅਸੀਂ ਚੱਲਦੀ ਰੱਖਣੀ ਆ, ਤੇ ਫਿਰ ਗਾਂ ਏਦਾਂ ਕਿੰਨੇ ਕੁ ਹੋਰ ਧਰਤੀਆਂ ਤੇ ਆਪਾਂ ਖਾਕ ਛਾਨਣੀ ਆ ਵੀ ਕਿਤੇ ਅਸੀਂ ਫਿਰ ਟਿਕ ਕੇ ਬਹਿ ਵੀ ਜਾਈਏ, ਇਮਾਨਦਾਰੀ ਦੇ ਨਾਲ ਆਪਣਾ ਨਵਾਂ ਜੀਵਨ ਸ਼ੁਰੂ ਕਰੀਏ। ਸੋ ਏਦਾਂ ਹੌਲੀ ਹੌਲੀ ਕਮਿਊਨਿਟੀ ਵੀ ਥੋੜੀ ਸਟਰੋਂਗ ਹੋਈ। ਇਹਦੇ ਨਾਲ ਹੀ ਫਿਰ ਜਿਹੜੇ ਜਾਣੀ ਕਿ ਆਪਣੇ MP ਸਾਹਿਬਾਨ ਸੀਗੇ, ਮੰਤਰੀ ਸਾਹਿਬਾਨ ਸੀਗੇ, ਉਦਾਂ ਕਹਿੰਦੇ ਸੀ ਵੀ ਸਾਨੂੰ ਕੀੜੀ ਵੀ ਤੁਰੀ ਜਾਂਦੀ ਜੈਸੀ ਹੈ, ਪਰ ਇਹ ਜਾਣੀ ਕਿ ਰਿਸ਼ਵਤਖੋਰੀ ਦਾ ਜਿਹੜਾ ਏਡਾ ਵੱਡਾ ਚਿੰਨ੍ਹ ਸੀਗਾ ਉਹ ਨਹੀਂ ਸੀ ਇਹਨਾਂ ਨੂੰ ਆਪਣੇ ਆਪ ਤਾਂ ਕੀ ਦਿਸਣਾ ਸੀ, ਦੱਸਿਆ ਵੀ ਨਹੀਂ ਸੀ ਦਿਲਦਾ। ਪਰ ਆਖਿਰ ਜਦੋਂ ਵਾਹ ਹੋ ਗਈ 3-4 ਸਾਲ ਤਕਰੀਬਨ ਕਿ ਹਾਂਜੀ ਕਰਦੇ ਆ ਜੀ, ਫਿਰ ਅਗਲੀ ਵਾਰ ਮਿਲਣਾ ਦੇਖ ਰਹੇ ਆ ਜੀ, ਅੱਛਾ ਦੱਸਿਓ ਇਹ ਕੀ ਗੱਲ ਸੀ ਜੀ, ਮਤਲਬ ਭੁੱਲ ਭੁਲਾ ਜਾਣਾ, ਬਹੁਤਾ ਸੀਰੀਅਸਲੀ ਨਾ ਲੈਣਾ। ਆਖਿਰ ਫਿਰ ਮੇਰੇ ਮਨ 'ਚ ਬੈਠੇ ਬੈਠੇ ਇੱਕ ਦਿਨ ਆਇਆ ਵੀ ਕਿਉਂ ਨਾ ਮੈਂ ਪ੍ਰਾਈਮ ਮਿਨਿਸਟਰ ਨੂੰ ਸਿੱਧਾ ਲਿਖਾਂ ਵੀ ਆਹ ਕੁਝ ਵਾਪਰ ਰਿਹਾ, ਆਹ ਕੁਝ ਤੁਹਾਡੇ MPਆਂ ਨਾਲ, ਮੰਤਰੀਆਂ ਨਾਲ ਮੈਂ 4 ਸਾਲਾਂ ਤੋਂ ਡਿਸਕਸ ਕਰ ਰਿਹਾ। ਕੋਈ ਵੀ ਵਿਅਕਤੀ ਇਹ ਨਹੀਂ ਇਨਕਾਰ ਕਰ ਰਿਹਾ ਵੀ ਇਹ ਸਮੱਸਿਆ ਹੈ ਨਹੀਂ ਗੀ, ਪਰ ਇੱਕ ਨੁਕਸਦਾਰ ਸਿਸਟਮ ਨੂੰ ਫਿਕਸ ਕਰਨ ਨੂੰ ਕੀ 4 ਸਾਲ ਦਾ ਥੋੜਾ ਸਮਾਂ ਆ। ਤਾਂ ਡੀਟੇਲ ਦੇ ਵਿੱਚ ਜਦੋਂ 2 ਸਫ਼ਿਆਂ ਦਾ ਉਹ ਲੈਟਰ ਲਿਖਿਆ ਤੇ ਤੁਸੀਂ ਸੱਚ ਜਾਣਨਾ ਔਲਖ ਸਾਹਿਬ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਫਿਰ ਬਾਅਦ ਦੇ ਵਿੱਚ ਕੰਮ ਹੋਣਾ ਜਿਹੜਾ ਸ਼ੁਰੂ ਹੋਇਆ। ਮੈਨੂੰ ਪ੍ਰਾਈਮ ਮਿਨਿਸਟਰ ਦੇ ਆਫਿਸ ਤੋਂ ਉਹਦਾ ਜਵਾਬ ਵੀ ਆਇਆ ਤੇ ਫਿਰ ਜੀ ਤੇ ਹੁਣ ਆਪਾਂ ਦੇਖਿਆ ਵੀ ਇਮੀਗ੍ਰੇਸ਼ਨ ਮਿਨਿਸਟਰ ਸਾਡੇ ਤੇ ਲੇਬਰ ਮਿਨਿਸਟਰ ਕੁਆਤਰਾ ਕਾਰਲੋ ਤੇ ਮਾਰਕੋ ਮੈਂਡੀਚੀਨੋ, ਉਹਨਾਂ ਨੇ ਬਕਾਇਦਾ ਹੁਣ ਅਨਾਊਂਸ ਕਰ ਦਿੱਤਾ, ਜਿਹੜਾ ਕਿ ਪਿਛਲੇ ਵੀਕਸ ਦੇ ਦੌਰਾਨ ਸਾਨੂੰ ਉਸ ਨਵੇਂ ਸਿਸਟਮ ਬਾਰੇ ਪਤਾ ਲੱਗ ਰਿਹਾ ਸੀਗਾ, ਜਿਹੜਾ ਕਿ ਕੁੱਲ ਮਿਲਾ ਕੇ ਜਾਣੀ ਕਿ ਇਮੀਗ੍ਰੇਸ਼ਨ ਐਂਡ ਰੈਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ ਦੇ ਵਿੱਚ ਕੁੱਲ 14 ਆਪਾਂ ਕਹਿ ਸਕਦੇ ਦਰਜਨ ਤੋਂ ਵੀ ਜ਼ਿਆਦਾ ਅਮੈਂਡਮੈਂਟਸ ਆ ਜਿਹੜੀਆਂ ਉਹ ਪਾਈਆਂ ਗਈਆਂ। ਸੋ ਇਹ ਅਜੇ ਵੀ ਕੁੱਲ ਮਿਲਾ ਕੇ ਇਹਦੇ ਵਿੱਚ ਜਿਹੜੇ ਵਰਕਰਸ ਹੋਣਗੇ, ਫੋਰਨ ਵਰਕਰਸ, ਵੀ ਉਹਨਾਂ ਦੀ ਸਿਕਿਉਰਿਟੀ ਸੇਫਟੀ ਜਿਹੜੀ ਆ ਉਹ ਵਧਾਉਣ ਦਾ ਟਾਰਗੇਟ ਹੈ। ਤੇ ਇਹਦੇ ਨਾਲ ਹੀ ਜਿਹੜੇ ਇੰਪਲੋਇਰਸ ਹੈਗੇ ਆ ਉਹਨਾਂ ਨੂੰ ਹੋਰ ਅਕਾਊਂਟੇਬਲ ਬਣਾਉਣ ਦੇ ਲਈ ਇਹ ਸਿਸਟਮ ਆ। ਇਹਦੇ ਵਿੱਚ ਖਾਸ ਤੌਰ ਤੇ ਜਿਹੜੀ ਬਹੁਤ ਵੱਡੀ ਇੱਕ ਗੱਲ ਚੇਂਜ ਨਵੀਂ ਆਊਗੀ ਉਹ ਇਹ ਹੋਣੀ ਆ ਵੀ ਜਿਹੜੇ ਫੋਰਨ ਵਰਕਰਸ ਹੋਣਗੇ ਵੀ ਉਹਨਾਂ ਦੀ ਹੈਲਥ ਇੰਸ਼ੋਰੈਂਸ ਆ ਜਿਹੜੀ ਉਹ ਇੰਪਲੋਇਰ ਨੂੰ ਯਕੀਨੀ ਬਣਾਉਣੀ ਪਊਗੀ। ਦੂਸਰਾ ਇਹ ਆ ਜੀ ਵੀ ਡਾਇਰੈਕਟਲੀ ਤੇ ਇਨਡਾਇਰੈਕਟਲੀ ਇੱਕ ਆਨਾ ਵੀ ਵਰਕਰ ਦੇ ਕੋਲੋਂ ਜਿਹੜਾ ਆ ਜੀ ਵੀ ਇੰਪਲੋਇਰ ਆ ਉਹ ਨਹੀਂ ਲੈ ਸਕੂ। ਤੇ ਇਹਦੇ ਨਾਲ ਹੀ ਫਿਰ ਜਿਹੜੀ ਆ ਜੀ ਵੀ ਸਬਮਿਸ਼ਨ ਦਿੱਤੀ ਜਾਊਗੀ LMIA ਅਪਰੂਵ ਕਰਾਉਣ ਦੇ ਲਈ ਔਲਖ ਸਾਹਿਬ, ਤੇ ਉਹ ਸਬਮਿਸ਼ਨ ਦੇ ਵਿੱਚ ਜਿੰਨੀ ਡਾਕੂਮੈਂਟੇਸ਼ਨ ਗਵਰਨਮੈਂਟ ਨੂੰ ਜਾਂ ਕਹ ਲਓ ਵੀ ESDC ਨੂੰ ਦਿੱਤੀ ਜਾਊਗੀ, ਉਹਦੀ ਜਿਹੜੀ ਵੈਰੀਫਿਕੇਸ਼ਨ ਆ ਉਹ ਇੰਪਲੋਇਰ ਕੋਲੋਂ ਇਕੱਲੇ ਕੋਲੋਂ ਕਰਾਉਣੀ ਜ਼ਰੂਰੀ ਨਹੀਂ ਆ, ਉਹ ਥਰਡ ਪਾਰਟੀ ਦੇ ਰਾਹੀਂ ਵੀ ਕੀਤੀ ਜਾ ਸਕਦੀ ਆ। ਵੀ ਜੇ ਫਰਜ਼ ਕੀਤਾ ਕਿਸੇ ਬੈਂਕ ਦੀ ਕੋਈ ਡਾਕੂਮੈਂਟੇਸ਼ਨ ਸਬਮਿਟ ਕੀਤੀ ਆ ਜਾਂ ਕਿਸੇ ਹੋਰ ਏਜੰਸੀ ਦਾ ਕੋਈ ਇਸ ਤਰ੍ਹਾਂ ਦਾ ਡਾਟਾ ਸਬਮਿਟ ਕੀਤਾ ਗਿਆ ਆਪਣੀ ਜਿਹੜੀ ਕ੍ਰੈਡੀਬਿਲਿਟੀ ਆ ਬਿਜ਼ਨਸ ਦੀ ਪ੍ਰੂਵ ਕਰਨ ਦੇ ਲਈ, ਤੇ ਉਹ ਥਰਡ ਪਾਰਟੀ ਦੇ ਰਾਹੀਂ ਇਨਵੈਸਟੀਗੇਸ਼ਨ ਕਰਵਾਈ ਜਾ ਸਕਦੀ ਆ ਵੀ ਇਹ ਸਾਰੇ ਜਿਹੜੀ ਡਾਕੂਮੈਂਟੇਸ਼ਨ ਆ ਇਹ ਅਸਲੀ ਹੈ ਕਿ ਜਾਂ ਫਿਰ ਉੱਦਾਂ ਹੀ ਕਾਗਜ਼ੀ ਤਿਆਰ ਕੀਤਾ ਹੋਇਆ ਸਾਰਾ ਪਲੰਦਾ। ਕਹਿਣ ਦਾ ਮਤਲਬ ਵੀ ਜਿਹੜਾ ਆਮ ਤੌਰ ਤੇ ਇਹ LMIA ਕਈ ਵਾਰੀ ਅਪਰੂਵ ਕਰਾ ਲਈਆਂ ਜਾਂਦੀਆਂ ਸੀਗੀਆਂ ਤੇ ਬਿਜ਼ਨਸ ਆਪਣੇ ਆਪ ਦੇ ਵਿੱਚ ਕੋਈ ਹੁੰਦਾ ਹੀ ਨਹੀਂ ਸੀਗਾ। ਇਹ ਜਾਣੀ ਚੋਰ ਬਜ਼ਾਰੀ ਦੇ ਵਿੱਚ ਹੱਥ ਰੰਗਣ ਵਾਲੀ ਗੱਲ ਇਹ ਹੋ ਗਈ ਸੀਗੀ ਤੇ ਬਹੁਤ ਸਾਰੇ ਲੋਕਾਂ ਨੇ ਜਾਣੀ ਕਾਰੋਬਾਰ ਦੇ ਵਿੱਚੋਂ ਇਨਕਮ ਨਹੀਂ ਸੀ ਜਨਰੇਟ ਕਰਨੀ, ਇਨਕਮ ਜਸਟ ਜਾਣੀ LMIA ਵੇਚ ਕੇ ਜਨਰੇਟ ਕੀਤੀ ਜਾ ਰਹੀ ਸੀਗੀ। ਇਹੀ ਧੰਦਾ ਬਣ ਗਿਆ ਸੀਗਾ। ਇਹਦੇ ਨਾਲ ਹੀ ਕੋਠੀਆਂ ਤੇ ਘਰ ਜਿਹੜੇ ਵੱਡੇ ਹੋ ਰਹੇ ਸੀਗੇ ਤੇ ਮਹਿੰਗੀਆਂ 3-3 ਲੱਖ ਦੀਆਂ ਕਾਰਾਂ ਤੇ ਗੱਡੀਆਂ ਤੇ ਬਾਕੀ ਸਭ ਕੁਝ। ਸੋ ਇਸ ਤਰ੍ਹਾਂ ਦੇ ਜਿਹੜੇ ਖੁਦ ਜਾਣੀ ਸਾਨੂੰ ਪਤਾ ਲੱਗ ਰਿਹਾ ਸੀਗਾ ਵੀ ਕਦੇ ਸਟੂਡੈਂਟ ਆਏ ਇੱਥੇ ਇਸ ਲੂਪ ਹੋਲਸ ਨੂੰ ਦੇਖ ਕੇ ਆਪਣੇ ਨਿੱਕੇ ਨਿੱਕੇ ਇੱਦਾਂ ਦੇ ਇਮੀਗ੍ਰੇਸ਼ਨ ਦੇ ਕਹਿ ਲਓ ਕੰਸਲਟੈਂਸੀਆਂ ਬਣਾ ਕੇ ਤੇ ਨਾਲੇ ਉਹ ਵੱਖ-ਵੱਖ ਤਰ੍ਹਾਂ ਦੇ ਬਿਜ਼ਨਸ ਗਠਨ ਕਰਕੇ ਤੇ ਉਹ ਡਰਾਮੇਬਾਜ਼ੀ ਜਿਹੜੀ ਸ਼ੁਰੂ ਕੀਤੀ ਹੋਈ ਸੀ, ਇੱਕ ਲੁੱਟ ਮਾਰ ਦਾ ਜਾਣੀ ਕਿ ਸਿੰਡੀਕੇਟ ਜਿਹਾ ਤਿਆਰ ਹੋ ਗਿਆ ਸੀਗਾ। ਵੀ ਪ੍ਰੂਫ ਕਰਨਾ ਹੀ ਸੌਖਾ ਨਹੀਂ ਸੀ ਹੁੰਦਾ
ਵੀ ਇਹ ਕੰਮਕਾਰ ਜਿਹੜਾ ਕਿਸ ਤਰੀਕੇ ਦੇ ਨਾਲ ਸਿਰੇ ਚੜਾਇਆ ਜਾ ਰਿਹਾ, ਲੋਕਾਂ ਨੂੰ ਲੁੱਟਿਆ ਜਾ ਰਿਹਾ। ਪੁਰਾਣੇ ਆਇਆਂ ਦੇ ਵੱਲੋਂ ਨਵਿਆਂ ਨੂੰ ਲੁੱਟਣ ਦੀ ਗੱਲ ਤੇ ਤੁਸੀਂ ਆਲੇ ਦੁਆਲੇ ਝਾਤ ਮਾਰ ਕੇ ਦੇਖ ਲਓ ਵੀ LMIਆਂ ਵੇਚਣ ਵਾਲੇ ਕੌਣ ਲੋਕ ਨੇ, ਇਹਨਾਂ ਦੇ ਵਿੱਚ ਕੈਨੇਡੀਅਨ ਬੋਰਨ ਤੇ ਟ੍ਰੇਨਡ ਕਿੰਨੇ ਨੇ। ਇੱਕ ਦਾ ਪਤਾ ਲੱਗ ਰਿਹਾ ਸੀ ਮੈਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਕਿਸੇ ਫਾਰਮ ਹਾਊਸ ਦੇ ਵਿੱਚ ਇੱਕ ਕੈਨੇਡੀਅਨ ਬੋਰਨ ਲੜਕਾ ਆ, ਪਰ ਉਹ ਕੌਣ ਆ? ਜਿਹੜਾ ਕਿ ਪੰਜਾਬ ਤੋਂ ਆਏ ਹੋਏ ਇੱਕ ਪਰਿਵਾਰ ਦਾ ਟੱਬਰ ਦਾ ਜੀ ਆ, ਅਗਲਾ ਫਰਜ਼ੰਦ ਆ। ਕਹਿ ਲਓ ਵੀ ਇਸ LMIA ਦੀ ਲੁੱਟ ਮਾਰ ਨੂੰ, ਕੈਨੇਡਾ ਨੂੰ ਲੁੱਟਣ ਦਾ ਇਹ ਢੰਗ ਤਰੀਕਾ ਜਿਹੜਾ ਅਗਲੀ ਜਨਰੇਸ਼ਨ ਦੇ ਵਿੱਚ ਵੀ ਟ੍ਰਾਂਸਫਰ ਕੀਤਾ ਜਾ ਰਿਹਾ ਸੀਗਾ। ਜਿਸ ਕਰਕੇ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਕਿ ਅਸੀਂ ਇਹ ਪੀੜ੍ਹੀ ਦਰ ਪੀੜ੍ਹੀ ਜਾਣੀ ਜੇ ਕਰਪਸ਼ਨ ਨੂੰ ਅੱਗੇ ਚਲਾਉਣਾ ਤੇ ਕਿੱਦਾਂ ਘੁਣ ਵੰਗ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਇਸ ਸਾਡੇ ਦੇਸ਼ ਨੇ ਖਾਧਾ ਜਾਣਾ ਸੀਗਾ, ਉਹਨੂੰ ਰੋਕਣ ਦੇ ਲਈ ਫਿਰ ਜਿਹੜਾ ਜੀ ਵੀ ਇਹ ਹੁਣ ਆਪਾਂ ਦੇਖਿਆ ਕਿ ਨਵਾਂ ਜਿਹੜਾ ਸਿਸਟਮ ਆਇਆ, ਇਹਦੇ ਵਿੱਚ ਕੁੱਲ ਮਿਲਾ ਕੇ ਜਾਣੀ ਕਿ ਕਹਿ ਲਓ ਕਿ ਅਕਾਊਂਟੇਬਿਲਿਟੀ ਤੇ ਟਰਾਂਸਪੇਰੈਂਸੀ ਆ ਜਿਹੜੀ ਵੀ ਇੰਸਪੈਕਟਰ ਜਿਹੜੇ ਹੋਣਗੇ ESPC ਦੇ, ਜੇ ਉਹ ਡਿਸਾਈਡ ਕਰਨ ਕਿਸੇ EMPLOYER ਦੀ ਬਕਾਇਦਾ ਤੌਰ ਤੇ ਆਡਿਟ ਕਰਨ ਦੇ ਲਈ ਤੇ ਉੱਥੇ ਜਿਹੜੀ ਛਾਪੇਮਾਰੀ ਆ ਔਨ ਲੋਕੇਸ਼ਨ ਬਿਨਾਂ ਦੱਸਿਆਂ ਵੀ ਕੀਤੀ ਜਾ ਸਕਦੀ ਆ। ਉਹਨਾਂ ਨੂੰ ਜਿਹੜੀ ਹੋਰ ਅਥਾਰਟੀ ਇੰਸਪੈਕਟਰ ਨੂੰ ਦਿੱਤੀ ਗਈ ਆ ਵੀ ਉਹ ਬੈਟਰ ਤਰੀਕੇ ਦੇ ਨਾਲ ਕਿਸੇ ਵੀ ਜਿਹੜੇ ਬਿਜ਼ਨਸ ਤੇ ਜੇ ਨਜ਼ਰ ਰੱਖਣਾ ਚਾਹਣ। ਇਸੇ ਕਰਕੇ ਆਪਾਂ ਦੇਖਦੇ ਹਾਂ ਵੀ ਸਿਸਟਮ ਲਾਗੂ ਭਾਵੇਂ ਅਜੇ ਅਗਲੇ ਸਾਲ ਤੋਂ ਹੋਣਾ, ਪਰ ਆਲਰੇਡੀ ਜਿਹੜਾ ਸ਼ਿਕੰਜਾ ਕੱਸਿਆ ਹੋਇਆ ਪਿਛਲੇ 6-8 ਮਹੀਨਿਆਂ ਤੋਂ ਉਹਦੇ ਰਿਜ਼ਲਟ ਪ੍ਰਾਪਤ ਹੋਣੇ ਸ਼ੁਰੂ ਹੋ ਗਏ ਆ ਤੇ ਆਲਰੇਡੀ ਇਹ ਲੁੱਟ ਮਾਰ ਕਰਨ ਵਾਲੇ ਲੋਕਾਂ ਦੇ ਮੂੰਹਾਂ ਚੋਂ ਅਕਸਰ ਹੁਣ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਸਾਡਾ ਬਿਜ਼ਨਸ ਜਿਹੜਾ ਬਹੁਤ ਸਲੋ ਚੱਲ ਰਿਹਾ। ਜੀ ਜਲ ਸਾਹਿਬ, ਇੱਕ ਮੈਂ ਜ਼ਿਕਰ ਕਰਨਾ ਚਾਹੂੰਗਾ, ਨਵੀਂ ਪਾਲਿਸੀ 'ਚ ਜੇ ਇੱਦਾਂ ਦੀ ਕੋਈ ਪ੍ਰਾਵਧਾਨ ਰੱਖਿਆ ਗਿਆ ਕਿ ਐਗਰੀਮੈਂਟ ਜਿਹੜਾ ਉਹਦੀ ਇੱਕ ਕਾਪੀ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਕਿ ਇੱਕ ਕਾਪੀ ਵਰਕਰ ਨੂੰ ਵੀ ਮਿਲੇਗੀ, ਇੱਕ ਕੰਪਨੀ ਕੋਲ ਵੀ ਰਹੇਗੀ। ਹਾਂ, ਇਹਦੇ ਨਾਲ ਵੈਸੇ 3 ਸੈੱਟ ਬਣਨਗੇ ਜਦੋਂ ਐਗਰੀਮੈਂਟ ਕੀਤਾ ਜਾਊਗਾ। ਇਹਨੂੰ ਤੁਸੀਂ ਆਪਣੇ ਲੈਂਗੁਏਜ ਦੇ ਵਿੱਚ ਇੱਥੇ ਪੰਜਾਬੀ 'ਚ ਕੰਟਰੈਕਟ ਕਰਕੇ ਜ਼ਿਆਦਾ ਸਮਝਿਆ ਜਾਂਦਾ। ਜੀ ਬਿਲਕੁਲ। ਜਿਹੜਾ EMPLOYER ਤੇ ਵਰਕਰ ਦੇ ਵਿਚਕਾਰ ਕੰਟਰੈਕਟ ਹੋਊਗਾ, ਐਗਰੀਮੈਂਟ ਹੋਊਗਾ, ਉਹਦੇ ਵਿੱਚ ਸਾਰੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਉਹ ਟਰਮਸ ਐਂਡ ਕੰਡੀਸ਼ਨਸ ਉਹੀ ਹੋਣਗੀਆਂ ਜਿਹੜੀਆਂ ESDC ਤੋਂ ਅਪਰੂਵਡ ਆ। ਕੁਝ ਆਪਣੇ ਕੋਲੋਂ ਨਹੀਂ ਉਹਦੇ ਵਿੱਚ ਜੋੜਿਆ ਜਾਂ ਘਟਾਇਆ ਜਾ ਸਕਦਾ। ਉਹਦੀ ਕਾਪੀ ਇੱਕ ਵਰਕਰ ਨੂੰ ਦੇਣੀ ਮੈਂਡੇਟਰੀ ਹੋ ਜਾਏਗੀ। ਇੱਕ ਕਾਪੀ ਉਹਦੀ ਜਿਹੜੀ ਸੇਮ ਉਹ ਗਵਰਨਮੈਂਟ ਨੂੰ ਸਬਮਿਟ ਕੀਤੀ ਜਾਏਗੀ, ਹਨਾ। ਤੇ ਜੇ ਕੱਲ ਨੂੰ ਜਾਣੀ ਕਿ ਉਹਦੇ ਵਿੱਚ ਕੋਈ ਉਤਰਾਅ ਚੜਾ ਆਉਂਦਾ, ਕੋਈ ਕੰਪਲੇਂਟ ਆਉਂਦੀ ਆ ਤੇ ਫਿਰ ਨੈਚੁਰਲੀ ਆ ਰੈਕਡ ਗਵਰਨਮੈਂਟ ਦੇ ਕੋਲ ਵੀ ਪੂਰੇ ਦਾ ਪੂਰਾ ਹੀ ਹੋਊਗਾ ਸੈੱਟ ਉਹ ਪਿਆ ਤੇ ਉਸ EMPLOYER ਨੂੰ ਉਹਦੇ ਕੰਸੀਕੁਐਂਸਸ ਜਿਹੜੇ ਆ ਬੜੇ ਸੀਰੀਅਸ ਜਿਹੜੇ ਵੀ ਉਹ ਭੁਗਤਣੇ ਪੈ ਸਕਦੇ ਆ, ਫਾਈਨਸ ਹੋ ਸਕਦੇ ਆ, ਕਾਂ ਜਿਹੜੇ ਹੋਰ ਵਰਕਰ ਨਹੀਂ ਉਹ ਮੰਗਵਾ ਸਕਦੇ ਵਗੈਰਾ ਵਗੈਰਾ। ਜਾਣੀ ਇਸ ਤਰ੍ਹਾਂ ਦੀਆਂ ਜਿਹੜੀਆਂ ਪੈਨਲਟੀਜ਼ ਦੀ ਤਾਂ ਬਾਅਦ ਦੇ ਵਿੱਚ ਉਹ ਜ਼ਿਕਰ ਹੁੰਦਾ ਹੀ ਰਹਿੰਦਾ। ਪਰ ਲੇਕਿਨ ਕਿ ਹੁਣ ਹਾਲ ਦੀ ਘੜੀ ਇਹ ਆ ਵੀ ਜਿਹੜੀ ਇਹ ਲੁੱਟ ਮਾਰ ਦਾ ਧੰਦਾ ਸੀਗਾ LMIA ਦੀ, ਇੱਕ ਤੇ ਮੇਨ ਇਹ ਸੀਗਾ ਵੀ ਇਹਦੀ ਡਿਮਾਂਡ ਹੀ ਸਾਡੇ ਲੋਕਾਂ ਨੇ ਭੇਡ ਚਾਲ ਦੇ ਵਿੱਚ ਔਲਖ ਸਾਹਿਬ ਇੰਨੀ ਵਧਾ ਦਿੱਤੀ ਸੀਗੀ। ਹੱਲੇ ਕਿ ਪੱਕੇ ਹੋਣ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਬਹੁਤ ਸਾਰੇ ਹੋਰ ਤਰੀਕੇ ਨੇ, ਪਰ ਇੱਕ ਦੂਜੇ ਤੋਂ ਜਾਨੀ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ LMIA ਕਰਕੇ ਅਸੀਂ ਇਹਨੂੰ $50,000 $80,000 ਤੱਕ ਜਿਹੜੀ ਇਹਦੀ ਪ੍ਰਾਈਸ ਵਧਾ ਦਿੱਤੀ। ਸੋ ਇਸ ਕਰਕੇ ਇਹਦੀ ਡਿਮਾਂਡ ਜਿਹੜਾ ਸਾਡਾ ਇੱਕ ਇਹਦੇ ਤੇ ਪ੍ਰੈਸ਼ਰ ਗਵਰਨਮੈਂਟ ਦੇ ਵਿੱਚ ਇਹ ਵੀ ਸੀਗਾ ਵੀ ਇਹਦੀ ਜਿਹੜੀ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਨਾਲੋਂ ਘੱਟ ਤੋਂ ਘੱਟ ਇਹਦਾ ਜਿਹੜਾ ਡਿਪੈਂਡੈਂਸੀ ਰੱਖੀ ਜਾਵੇ ਤਾਂ ਕਿ ਲੋਕ ਬਿਨਾਂ LMIA ਤੋਂ ਜਦੋਂ ਪੱਕੇ ਹੋਣਗੇ ਤੇ ਇਹਦੀ ਲੋੜ ਹੀ ਨਹੀਂ ਰਹੂਗੀ ਤੇ ਇਹਦੀ ਮੰਗ ਘਟ ਜਾਊਗੀ ਤੇ ਆਪਣੇ ਆਪ ਹੀ ਜਿਹੜੇ ਧੰਦੇਕਾਰ ਹੈਗੇ ਆ ਕੁਝ ਹੋਰ ਕਰਨ ਨੂੰ ਸੋਚਣਾ ਇਹਨਾਂ ਨੂੰ ਪਊਗਾ। ਸੋ ਇਸ ਕਰਕੇ ਇਹ ਆਪਾਂ ਦੇਖਿਆ ਸੀ ਵੀ 2021 ਦਾ ਹੁਣ 7ਵਾਂ ਮਹੀਨਾ ਚੱਲ ਰਿਹਾ ਤੇ ਇਹਦੇ ਵਿੱਚ 1,85,000 ਤੋਂ ਜ਼ਿਆਦਾ ਲੋਕ ਆਲਰੇਡੀ LMIA ਤੋਂ ਬਿਨਾਂ ਗਵਰਨਮੈਂਟ ਨੇ ਪੱਕੇ ਕਰ ਦਿੱਤੇ, ਜਿਹੜਾ ਕਿ ਕੈਨੇਡਾ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਇਦਾਂ ਨਹੀਂ ਸੀ ਹੋਇਆ। ਸੋ ਇਸ ਕਰਕੇ ਲੋਕਾਂ ਨੂੰ ਆਪਾਂ ਪੱਕੇ ਹੋਣੋਂ ਵੀ ਨਹੀਂ ਰੋਕ ਰਿਹਾ ਤੇ ਇਸ ਦੇ ਨਾਲ ਹੀ ਲੇਕਿਨ ਕਿ ਇਹ ਜਿਹੜੀ ਚੋਰ ਬਾਜ਼ਾਰੀ ਸੀਗੀ ਇਹਨੂੰ ਨੱਥਣ ਦੇ ਲਈ ਵੀ ਨਵਾਂ ਕਾਨੂੰਨ ਆ ਗਿਆ। ਸੋ ਇਹਦੇ ਨਾਲ ਜਿਹੜਾ ਆਪਣਾ ਮਿਸ਼ਨ ਆ ਉਹ 100% ਕੰਪਲੀਟ ਹੋਇਆ ਨਜ਼ਰ ਆਉਂਦਾ, ਜਿਹੜਾ 4 ਸਾਲ ਪਹਿਲਾਂ ਆਪਾਂ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਸੀ ਜੀ। ਬਿਲਕੁਲ, 1,85,000 ਦੀ ਗਿਣਤੀ ਆ ਤੁਸੀਂ ਜ਼ਿਕਰ ਕੀਤਾ, ਇੱਕ ਬਹੁਤ ਵੱਡਾ ਰੈਕਡ ਹੈ। ਤਾਂ ਕਿਤੇ ਨਾ ਕਿਤੇ ਮੰਨਿਆ ਜਾਵੇ ਕਿ LMI ਤੋਂ ਲੋਕਾਂ ਨੂੰ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਹੋਰ ਬਹੁਤ ਵਧੀਆ ਰਸਤਾ ਹੈ, ਕਾਨੂੰਨੀ ਪ੍ਰਕਿਰਿਆ ਹੈ, ਚਾਹੇ ਅਸੀਂ ਐਕਸਪ੍ਰੈਸ ਐਂਟਰੀ ਦਾ ਜ਼ਿਕਰ ਕਰਦੇ ਹਾਂ, ਚਾਹੇ PNP ਦਾ ਜ਼ਿਕਰ ਹੁੰਦਾ। ਕਹਿਣ ਦਾ ਭਾਵੇਂ ਮੰਨਿਆ ਜਾਵੇ ਜੇ ਤੁਸੀਂ ਕਾਬਲ ਹੋ ਤਾਂ ਤੁਹਾਨੂੰ ਇਸ LMI ਤੇ ਡਿਪੈਂਡ ਹੋਣ ਦੀ ਲੋੜ ਨਹੀਂ ਹੈ। 100% ਨਹੀਂ ਹੈ, ਕਿਉਂਕਿ LMIA ਤੋਂ ਬਿਨਾਂ ਜਿਹੜਾ ਪੱਕੇ ਹੋਣਾ ਬੜੇ ਸ਼ਾਨ ਦੇ ਨਾਲ ਸੰਭਵ ਹੈਗਾ। ਨਾਲੇ ਜਿਹੜੀ ਆਪਣੀ ਜੰਗ ਸੀ ਲੋਕਾਂ ਨੂੰ ਪੱਕੇ ਹੋਣ ਤੋਂ ਰੋਕਣਾ ਨਹੀਂ, ਸਗੋਂ ਲੋਕਾਂ ਨੂੰ ਪੱਕੇ ਹੋਣ ਦੇ ਲਈ ਮੋਟੀਵੇਟ ਕਰਨਾ ਸੀਗਾ ਤੇ ਮੋਟੀਵੇਟ ਕਰਨਾ ਸੀ ਬਿਨਾਂ ਵੱਡੀ ਖੋਰੀ ਤੋਂ। ਦੂਸਰੇ ਪਾਸੇ ਵੀ ਇਹ ਜਿਹੜੇ ਲੋਕ ਆਪ ਪਹਿਲਾਂ ਇੱਥੇ ਕੈਨੇਡਾ ਦਾ ਸੁਪਨਾ ਕੋਈ ਲੈ ਕੇ ਆਏ, ਪੱਕੇ ਹੋਏ, ਸਥਾਪਿਤ ਹੋਏ, ਇਹਨਾਂ ਨੇ ਆਪਣੇ ਬਿਜ਼ਨਸ ਕੀਤੇ ਹੋਏ ਆ, ਇਹਨਾਂ ਨੂੰ ਮੋਟੀਵੇਟ ਕਰਨਾ ਸੀਗਾ ਵੀ ਜੇ ਤੁਹਾਨੂੰ ਰੱਬ ਨੇ ਸਮਰੱਥਾ ਦੇ ਦਿੱਤੀ ਆ LMI ਇਸ਼ੂ ਕਰਾਉਣ ਦੀ ਤੇ ਆਪਣੇ ਨਵੇਂ ਆ ਰਹੇ ਭੈਣ ਭਰਾਵਾਂ ਨੂੰ ਘੱਟੋ ਘੱਟ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਬਖਸ਼ੋ ਤਾਂ ਸਹੀ ਵੀ ਉਹਨਾਂ ਨੂੰ ਤੁਸੀਂ LMI ਦਿਓ। ਸਰਕਾਰੀ ਫੀਸ $1,000 ਹੈ, $50,000 $80,000 ਦੀ ਕੀ ਸੈਂਸ ਬਣਦੀ ਆ, ਹਨਾ।
है ना, इन्होंने कोई सर्टिफिकेट मिल गया भी जे बिजनेस ਤੁਹਾਡਾ ਹੁਣ ਮਤਲਬ LMI ਅਪਰੂਵ ਕਰਾਉਣ ਜੋਗੇ ਹੋ ਗਏ ਆ, ਜੋਗੀਆਂ ਹੋ ਗਏ ਆ ਤੇ ਤੁਸੀਂ ਦੂਜੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿਓ। ਇਹ ਕਿਧਰਲੀ ਮਤਲਬ ਕੋਈ ਧਰਮੀ ਗੱਲ ਸੀਗੀ। ਸੋ ਇਸ ਕਰਕੇ ਇਹਨਾਂ ਨੂੰ ਵੀ ਮੋਟੀਵੇਟ ਕਰਨਾ ਵੀ ਤੁਸੀਂ ਜੇ ਕਿਸੇ ਨੂੰ ਪੱਕੇ ਕਰਾਉਣਾ ਤੇ ਫ੍ਰੀ ਦੇ ਵਿੱਚ ਕਰਾਓ ਸਰਕਾਰੀ ਫੀਸ ਦੇ ਕੇ। ਜਿਹੜੇ ਲੋਕਾਂ ਨੇ ਪੱਕੇ ਹੋਣਾ ਤੇ ਅਸੀਂ ਕੈਨੇਡੀਅਨ ਸਿਸਟਮ ਦੇ ਅਨੁਸਾਰ ਵੈਲਿਊਜ਼ ਦੇ ਅਨੁਸਾਰ ਕੰਮ ਕਰੀਏ। ਅਸੀਂ ਨਵੇਂ ਦੇਸ਼ ਦੇ ਵਿੱਚ ਆਏ ਆ, ਨਾ ਲੁੱਟਣ ਆਏ ਆ ਤੇ ਨਾ ਲੁੱਟ ਹੋਣ ਆਏ ਆ ਜੀ। ਬਿਲਕੁਲ। ਇੱਕ ਜੋਲ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਥਰਡ ਪਾਰਟੀ ਨਜ਼ਰਸਾਨੀ ਕਰ ਸਕਦੀ ਹੈ, ਕਹਿਣ ਦਾ ਭਾਵ ਕੋਈ ਸੁਤੰਤਰ ਜਾਂਚ ਏਜੰਸੀ ਇਸ ਦੀ ਜਾਂਚ ਕਰੇਗੀ ਜਾਂ ਕਿਹੜੀ ਥਰਡ ਪਾਰਟੀ ਦਾ ਥੋੜਾ ਇਫੈਕਟ ਕੀ ਹੋ ਸਕਦਾ? ਜਿਹੜੀ ਇਨਫੋਰਸਮੈਂਟ ਯੂਨਿਟ ਹੁੰਦਾ ਨਾ ਜੀ ESDC ਦਾ, ਉਹਨਾਂ ਦੇ ਕੋਲ ਇਨਵੈਸਟੀਗੇਟਿਵ ਅਥਾਰਟੀ ਹੁੰਦੀ ਹੈ ਤੇ ਜਿਹੜੀ ਤੁਸੀਂ ਕੋਈ ਵੀ ਡਾਕੂਮੈਂਟੇਸ਼ਨ ਆਪਣੀ ਐਪਲੀਕੇਸ਼ਨ ਦੇ ਨਾਲ ਸਬਮਿਟ ਕਰਦੇ ਆ ਉਹਨੂੰ ਵੈਰੀਫਾਈ ਕਰਨ ਦੀ ਅਥਾਰਟੀ ਉਹਨਾਂ ਦੇ ਕੋਲ ਹੁੰਦੀ ਹੈ। ਪਹਿਲਾਂ ਕਿਸੇ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹਦੀ ਕਰਨ ਦੀ ਪ੍ਰਕਿਰਿਆ ਬੜੀ ਲਿਮਟਿਡ ਸੀਗੀ, ਹੈ ਨਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਪਲੋਇਰ ਨੂੰ ਉਹਦੇ ਵਿੱਚ ਇਨਵੋਲਵ ਕਰਨਾ ਪੈਂਦਾ ਸੀ ਵੈਰੀਫਿਕੇਸ਼ਨ ਪ੍ਰੋਸੈਸ ਦੇ ਵਿੱਚ। ਹੁਣ ਕੀ ਆ ਵੀ ਵੈਰੀਫਿਕੇਸ਼ਨ ਉਸ ਇੰਪਲੋਇਰ ਨੂੰ ਜਾਂ ਐਪਲੀਕੈਂਟ ਨੂੰ ਦੱਸੇ ਬਿਨਾਂ ਜਿਹੜੇ ਉਹਨੇ ਡਾਕੂਮੈਂਟ ਫਰਜ਼ ਕਰੋ ਵੀ ਕਿਸੇ ਅਕਾਊਂਟੈਂਟ ਦੇ ਫਾਈਲ ਕੀਤੇ ਆ, ਉਸਨੇ ਕਿਸੇ ਡਾਕੂਮੈਂਟ ਜੀ ਬੈਂਕ ਦੇ ਫਾਈਲ ਕੀਤੇ ਆ, ਕਿਸੇ ਹੋਰ ਜਾਣੀ ਉਸਨੇ ਅਦਾਰੇ ਦੇ ਫਾਈਲ ਕੀਤੇ ਆ ਵੀ ਆਪਣੀ LMIA ਐਪਲੀਕੇਸ਼ਨ ਨੂੰ ਅਪਰੂਵ ਕਰਾਉਣ ਦੇ ਲਈ, ਤੇ ਉਹ ਡਾਕੂਮੈਂਟਸ ਦਾ ਜਿਹੜਾ ਪੁਲੰਦਾ ਆ ਵੀ ਇਹ ਅਸਲੀ ਆ ਕਿ ਨਕਲੀ ਆ, ਪੰਜਾਬੀ ਤਾਂ ਨਹੀਂ ਦਫ਼ਤਰ 'ਚ ਬੈਠ ਕੇ ਤਿਆਰ ਕਰ ਲਏ, ਬੈਂਕ ਦੇ ਕੋਲ ਸਿੱਧੇ ਭੇਜੇ ਜਾ ਸਕਦੇ ਵੀ ਆਹ ਡਾਕੂਮੈਂਟ ਸਾਨੂੰ ਤੁਹਾਡੇ ਪ੍ਰਾਪਤ ਹੋਏ ਆ, ਠੀਕ ਆ ਕਿ ਗਲਤ ਆ ਜੀ। तो फिर बैंक सर्टिफाई करूगी कि हाँ जी नहीं जी ये डॉक्यूमेंट साडे ठीक ने, ਜਾਂ ਉਹ ਕਹਿ ਦੇਣਗੇ ਕਿ ਇਹਦੇ ਵਿੱਚ ਨੁਕਸ ਆ ਜਾਂ ਵਟਐਵਰ। ਸੋ ਇਸ ਤਰੀਕੇ ਨਾਲ ਜਿਹੜਾ ਵੈਰੀਫਿਕੇਸ਼ਨ ਪ੍ਰੋਸੈਸ ਆ ਉਹਦਾ ਜਿਹੜਾ ਜੀ ਇੱਕ ਤਰੀਕੇ ਦੇ ਨਾਲ ਉਹਨੂੰ ਬਰੋਡਨ ਕੀਤਾ ਗਿਆ ਤਾਂ ਕਿ ਇਹਦੇ ਵਿੱਚ ਜਿਹੜਾ ਫਰਾਡ ਇਹ ਡਾਕੂਮੈਂਟੇਸ਼ਨ ਆਪੇ ਬਣਾ ਕੇ ਗਵਰਨਮੈਂਟ ਕੋਲ ਸਬਮਿਟ ਕੀਤੇ ਜਾ ਰਹੇ ਸੀਗੇ। ਜਿੱਦਾਂ ਆਪਾਂ ਕਹਿੰਦੇ ਬਿਜ਼ਨਸ ਹੁੰਦਾ ਹੀ ਨਹੀਂ ਸੀ ਕਿਤੇ, ਜਾਂ ਇੱਕ ਕਮਰੇ ਦਾ ਕਾਲਜ ਹੁੰਦਾ ਸੀ ਜਾਂ ਵਗੈਰਾ ਤੇ ਉਹ ਸਾਰੀਆਂ ਜਿਹੜੀਆਂ ਗੱਲਾਂ ਆ ਉਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਵੀ ਝੂਠੇ ਇਹ ਫੇਕ ਜਿਹੜੇ ਬਿਜ਼ਨਸ ਆ ਜਾਂ ਫੇਕ ਡਾਕੂਮੈਂਟੇਸ਼ਨ ਆ ਉਹ ਦੇ ਕੇ LMIA ਅਪਰੂਵ ਨਾ ਕਰਾਈ ਜਾ ਸਕੇ। ਵੈਸੇ ਤਾਂ ਜੌਲ ਸਾਹਿਬ ਪਹਿਲਾਂ ਨਾਲੋਂ ਰੁਝਾਨ ਜਿਹੜਾ LMIA ਦਾ ਕਾਫੀ ਘਟਿਆ, ਲੋਕਾਂ ਨੂੰ ਸਮਝ ਆਈ ਹੈ, ਆਪਣੀ ਕਾਬਲੀਅਤ ਦੇ ਆਧਾਰ ਤੇ ਉਹ ਪੱਕੇ ਹੋ ਰਹੇ ਆ, PR ਲੈ ਰਹੇ ਆ। ਇਸ ਪਾਲਿਸੀ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਤਾਂ ਸਿਸਟਮ 'ਚ ਸੁਧਾਰ ਹੋਇਆ, ਦੂਜੇ ਪਾਸੇ ਜਦੋਂ ਅਸੀਂ ਐਕਸਪ੍ਰੈਸ ਐਂਟਰੀ ਦਾ ਜ਼ਿਕਰ ਵਾਰ-ਵਾਰ ਕਰ ਰਹੇ ਹਾਂ, 1,85,000 ਦਾ ਅੰਕੜਾ ਜੇ ਅਸੀਂ 7 ਮਹੀਨੇ ਹਿਸਾਬ ਨਾਲ ਦੇਖੀਏ ਬਹੁਤ ਅਹਿਮ ਹੈ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਰੁਝਾਨ ਐਕਸਪ੍ਰੈਸ ਵਾਲੇ ਪਾਸੇ ਜ਼ਿਆਦਾ ਹੋਵੇਗਾ? ਦੇਖੋ ਔਲਖ ਸਾਹਿਬ ਜੀ, ਇਹ ਆਪਾਂ ਬੜੇ ਅੱਜ ਖੁਸ਼ੀ ਨਾਲ ਤਸੱਲੀ ਨਾਲ ਗੱਲ ਕਰ ਸਕਦੇ ਹਾਂ ਵੀ ਜਿਉਂ ਆਪਾਂ 4 ਸਾਲ ਤੋਂ ਇਹ ਕੰਪੇਨ ਚਲਾਈ ਸੀ ਉਹਦੇ ਦੌਰਾਨ ਹੀ ਇਹ ਸਾਰੀ ਅਵੇਅਰਨੈਸ ਆਈ ਆ ਜੀ, ਕਿਉਂਕਿ ਅਸੀਂ ਸਰਕਾਰ ਨਾਲ, MP ਸਾਹਿਬਾਨਾਂ ਨਾਲ, ਮਿਨਿਸਟਰ ਸਾਹਿਬਾਨਾਂ ਨਾਲ ਇੱਕ ਪਾਸੇ ਤੇ ਮੀਡੀਆ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨ ਦੇ ਵਾਸਤੇ ਦੂਸਰੇ ਪਾਸੇ ਕੰਪੇਨ ਪੈਰਲਲ ਚਲਾਈ ਤੇ ਉਹਨਾਂ ਨੂੰ ਦੱਸਿਆ ਤੇ ਇੱਕ LMI ਦਾ ਇੱਕ ਹੌਸਲਾ ਨਹੀਂ ਹੈਗਾ ਵੀ ਤੁਸੀਂ PR ਹੋ ਸਕਦੇ ਹੋ। ਪਹਿਲਾਂ ਏਦਾਂ ਨਹੀਂ ਸੀਗਾ, ਲੋਕਾਂ ਦੀ ਦੌੜ ਜਿਹੜੀ LMIA ਤੱਕ ਹੀ ਹੁੰਦੀ ਸੀ, ਵਰਕ ਪਰਮਿਟ ਲੈਣਾ, ਅੱਛਾ ਜੀ ਉਸ ਤੋਂ ਬਾਅਦ ਫਿਰ ਆਪਣੇ ਜਿਹੜੇ ਉਹ ਐਕਸਪ੍ਰੈਸ ਐਂਟਰੀ 'ਚ ਪ੍ਰੋਫਾਈਲ ਕ੍ਰੀਏਟ ਕਰਨਾ, ਉਹ LMIA ਤੇ ਉਹਦੇ ਜਿਹੜੇ ਨੰਬਰ ਆ ਉਹ ਐਡ ਕੀਤੇ ਜਾਂਦੇ ਸੀਗੇ, ਉਹਦੇ ਨੰਬਰ ਫਿਰ ਘੱਟ ਕੇ ਜਿਹੜੇ 50 ਹੋਏ, ਉਹ ਵੀ ਇਸ ਹੇਰਾ ਫੇਰੀ ਨੂੰ ਨੱਥਣ ਦਾ ਹੀ ਇੱਕ ਜ਼ਰੀਆ ਸੀਗਾ। ਉਸ ਨੂੰ ਜੀ LMIA ਨੂੰ ਹੁਣ ਬਿਲਕੁਲ ਜਾਣੀ ਕਿ ਜ਼ੀਰੋ ਕਰਨ ਦੇ ਲਈ ਇਸ ਕਰਕੇ ਸੀ ਕਿ ਜਿਹੜਾ ਇਹ ਆਪਾਂ ਦੇਖਿਆ ਵੀ ਜਿੰਨੇ ਵੀ ਹੁਣ ਡਰਾਫਟ ਨਿਕਲ ਰਹੇ ਆ ਤੇ ਉਹਦੇ ਵਿੱਚ ਅੱਜ ਦਾ ਪੈਥਵੇਜ਼ ਵੀ ਆਏ ਆ ਤੇ 40,000 ਐਪਲੀਕੇਸ਼ਨ ਜਿਹੜੀ 25 ਘੰਟਿਆਂ ਦੇ ਵਿੱਚ ਸਾਬਕਾ ਸਟੂਡੈਂਟਸ ਦੀਆਂ ਆ ਗਈਆਂ, ਉਹਦੇ ਵਿੱਚ ਵੀ LMIA ਦੀ ਜਿਹੜੀ ਕੋਈ ਲੋੜ ਨਹੀਂ ਰਹਿ ਗਈ। ਸੋ ਇਸ ਕਰਕੇ LMIA ਤੋਂ ਬਿਨਾਂ ਹੋਰ ਵੀ ਐਵੇਨਿਊਜ਼ ਹੈਗੇ ਆ, ਉਹਦੇ ਬਾਰੇ ਅਵੇਅਰਨੈਸ ਲਗਾਤਾਰਤਾ ਦੇ ਨਾਲ ਹੁਣ ਇਹ ਨਵੇਂ ਯੂਥ ਦੇ ਵਿੱਚ ਆਈ ਹੋਈ ਹੈ। ਸੋ ਇਹੀ ਆਪਣਾ ਮਕਸਦ ਸੀਗਾ ਵੀ ਯੂਥ ਅਵੇਅਰ ਹੋਵੇ ਤੇ ਇਹਦੀ ਯੋਗਤਾ ਮਹਾਨ ਹੁੰਦੀ ਹੈ, ਭ੍ਰਿਸ਼ਟਾਚਾਰ ਮਹਾਨ ਨਹੀਂ ਹੁੰਦਾ। ਤੁਸੀਂ ਨਵੇਂ ਸੰਸਾਰ ਦੇ ਵਿੱਚ ਜਾ ਕੇ ਕਹੋ ਵੀ ਹੁਣ ਭ੍ਰਿਸ਼ਟ ਤਰੀਕੇ ਨਾਲ ਪੱਕਾ ਹੋਵਾਂ ਵੀ ਮੇਰੀ ਮਜਬੂਰੀ ਹੈ, ਅਸੀਂ ਮਜਬੂਰੀਆਂ ਦੀ ਮੂੰਗਲੀ ਦੇ ਨਾਲ ਪੰਜਾਬ ਬਰਬਾਦ ਕਰ ਲਿਆ, ਉਹ ਮਜਬੂਰੀਆਂ ਦੀ ਮੂੰਗਲੀ ਚੁੱਕ ਕੇ ਹੁਣ ਅਸੀਂ ਕੈਨੇਡਾ ਆ ਗਏ ਤੇ ਇੱਥੇ ਵੀ ਮਜਬੂਰੀ ਹਰ ਗੱਲ ਦੇ ਅੱਗੇ ਰੱਖੀ ਜਾ ਰਹੇ ਹਾਂ। ਸੋ ਮੈਂ ਸਮਝਦਾ ਵੀ ਸਾਨੂੰ ਆਪਣੀਆਂ ਮਜਬੂਰੀਆਂ ਦੇ ਪ੍ਰਤੀ ਥੋੜੇ ਜਿਹੇ ਅਣਖੀ ਕੌਮ ਆ ਤੇ ਫਿਰ ਅਵੇਅਰ ਹੋਣਾ ਚਾਹੀਦਾ ਤੇ ਇਦਾਂ ਦੀ ਡਰਾਮੇਬਾਜ਼ੀ ਬੰਦ ਕਰਨੀ ਚਾਹੀਦੀ ਹੈ ਜੀ। ਜੌਲ ਸਾਹਿਬ, ਜਿਹੜੀ ਅਗਲੀ ਅਪਡੇਟ ਵੀ ਜਿਹੜਾ ਇੱਕ TR to PR ਪ੍ਰੋਗਰਾਮ 90,000 ਐਪਲੀਕੇਸ਼ਨਸ ਵਾਲਾ ਜ਼ਿਕਰ ਕਰ ਰਹੇ ਹਾਂ ਅਸੀਂ, ਜਿਹੜਾ 6 ਮਈ ਨੂੰ ਸ਼ੁਰੂ ਹੋਇਆ ਸੀ, ਕੀ ਉਹਦੇ ਵਿੱਚ ਕੋਈ ਮਿਆਦ ਵਧਾਉਣ ਦੀ ਕੋਈ ਅਪਡੇਟ ਹੈ ਜਾਂ ਉਸ ਨੂੰ ਜੋ ਨਵੰਬਰ ਦੀ ਮਿਥੀ ਗਈ ਆ ਉਸੇ ਤੈਅ ਸਮੇਂ ਤੇ ਉਹ ਪੋਰਟਲ ਆ ਜਿਹੜਾ ਬੰਦ ਹੋਵੇਗਾ? ਔਲਖ ਸਾਹਿਬ, ਯੂਥ ਨੇ ਨਾ, ਪੇਰੈਂਟਸ ਨੇ ਬੜਾ ਪਸੰਦ ਕੀਤਾ ਇਸ ਪੈਥਵੇ ਨੂੰ, ਕੈਨੇਡੀਅਨ ਗਵਰਨਮੈਂਟ ਦੇ ਬੜੇ ਥੈਂਕਫੁਲ ਹੋਇਆ ਗਿਆ ਵੀ 40,000 ਐਪਲੀਕੇਸ਼ਨ ਆਪਾਂ ਦੇਖਿਆ ਵੀ 25 ਘੰਟਿਆਂ ਦੇ ਵਿੱਚ ਹੀ ਆ ਗਈਆਂ, ਪਰ ਅਜੇ ਵੀ ਕਾਫੀ ਸਾਰੇ ਫਾਰਮਰ ਸਟੂਡੈਂਟਸ ਹੈਗੇ ਆ ਵੀ ਜਿਨ੍ਹਾਂ ਨੂੰ ਇਸ ਜਿਹੜਾ ਜੀ ਪੈਥਵੇ ਤੋਂ ਫਾਇਦਾ ਬੈਨੀਫਿਟ ਨਹੀਂ ਉਠਾ ਸਕੇ ਤੇ ਉਠਾਉਣਾ ਚਾਹਣਗੇ। ਇਸ ਕਰਕੇ ਵੀ ਗਵਰਨਮੈਂਟ ਤੱਕ ਇਹ ਫੀਡਬੈਕ ਪਹੁੰਚ ਰਹੀ ਸੀ ਕਿ ਤੁਸੀਂ ਥੋੜਾ ਜਿਹਾ ਇਹਨੂੰ, ਕਿਉਂਕਿ 6 ਮਈ ਨੂੰ ਹੀ ਐਪਲੀਕੇਸ਼ਨ ਖੋਲੀਆਂ ਗਈਆਂ ਸੀਗੀਆਂ, 5 ਨਵੰਬਰ ਤੱਕ ਅਜੇ ਖੁੱਲੀਆਂ ਰਹਿਣੀਆਂ। ਆਪਾਂ ਦੇਖਦੇ ਹਾਂ ਵੀ ਜਿਹੜੇ ਅਸੈਂਸ਼ੀਅਲ ਪ੍ਰੋਫੈਸ਼ਨਸ ਦੇ ਵਿੱਚ ਸੀਗੀਆਂ ਜੀ ਵੀ ਐਪਲੀਕੇਸ਼ਨਸ ਮੰਗੀਆਂ ਗਵਰਨਮੈਂਟ ਨੇ 30,000,
ਉਹ ਵੀ 2 ਹਫ਼ਤੇ ਪਹਿਲਾਂ ਜਿਹੜਾ ਉਹ ਪੈਥਵੇ ਬੰਦ ਹੋ ਚੁੱਕਾ, ਉਹਦੇ ਵਿੱਚ ਐਪਲੀਕੇਸ਼ਨਸ ਆ ਗਈਆਂ। ਇੱਕ ਇਸ ਵੇਲੇ ਪੈਥਵੇ ਉਹ ਤਿੰਨਾਂ ਦੇ ਵਿੱਚੋਂ ਖੁੱਲ੍ਹਾ ਹੈ ਜਿਹੜਾ ਉਹ ਹੈਲਥ ਕੇਅਰ ਪ੍ਰੋਫੈਸ਼ਨਲਸ ਦਾ ਹੈਗਾ। ਸੋ ਹੈਲਥ ਕੇਅਰ ਪ੍ਰੋਫੈਸ਼ਨਲਸ ਦੇ ਵਿੱਚ ਮਸੀਂ 3,000 ਐਪਲੀਕੇਸ਼ਨਾਂ ਹੀ ਗਈਆਂ, ਭਾਵੇਂ ਕਿ 20,000 ਐਪਲੀਕੇਸ਼ਨਸ ਦੀ ਲੋੜ ਆ। ਉਹ ਪੈਥਵੇ ਅਜੇ ਜਿਹੜਾ ਵੀ 5 ਨਵੰਬਰ ਤੱਕ ਖੁੱਲ੍ਹਾ ਆ, ਪਰ ਲੱਗਦਾ ਨਹੀਂ ਕਿ ਉਹ ਜਾਣੀ ਕਿ ਏਡੀ ਛੇਤੀ ਉਹਦੇ ਵਿੱਚ ਐਪਲੀਕੇਸ਼ਨਸ ਪੂਰੀਆਂ ਹੋਣੀਆਂ। ਪਰ ਇਹ ਦੂਸਰੇ ਜਿਹੜੇ ਦੋਨੋਂ ਹੀ ਪੈਥਵੇ ਸੀਗੇ ਅਸੈਂਸ਼ੀਅਲ ਵਰਕਰ ਵਾਲੇ ਤੇ ਜਾਂ ਫਿਰ ਇਹ ਜਿਹੜਾ ਜੀ ਫਾਰਮਰ ਸਟੂਡੈਂਟਸ ਵਾਲੇ, ਇਹਦੇ ਬਾਰੇ ਗਵਰਨਮੈਂਟ ਨੇ ਬਹੁਤ ਕਲੀਅਰ ਕਰ ਦਿੱਤਾ ਵੀ ਅਸੀਂ ਹਾਲ ਦੀ ਘੜੀ ਇਹਨਾਂ ਨੂੰ ਐਕਸਟੈਂਡ ਜਾਂ ਰੀਓਪਨ ਕਰਨ ਬਾਰੇ ਨਹੀਂ ਸੋਚ ਰਹੇ ਜੀ। ਔਰ ਇਸ ਇੱਕ ਜਿਹੜਾ ਸਤੰਬਰ ਬਾਰੇ ਵਾਰ-ਵਾਰ ਜ਼ਿਕਰ ਹੋ ਰਿਹਾ ਹੈ, ਮਾਪਿਆਂ ਨੂੰ ਜਾਂ ਦਾਦਾ ਦਾਦੀ ਨੂੰ ਸਪਾਂਸਰ ਕਰਨ ਵਾਲਾ ਪ੍ਰੋਗਰਾਮ ਜਿਹਦੇ ਵਿੱਚ ਲਾਟਰੀ ਸਿਸਟਮ ਦਾ ਜ਼ਿਕਰ ਹੋ ਰਿਹਾ, ਤਾਂ ਕਈ ਵਾਰ ਇਹ ਹੁੰਦਾ ਕਿ ਕਈ ਇਸ ਫੈਸਲੇ ਦੀ ਆਲੋਚਨਾ ਕਰਦੇ ਆ, ਸੀਨੀਅਰਟੀ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ, ਜਦ ਕਿ ਜੇ ਅਸੀਂ 3 ਸਾਲਾਂ ਦੀ ਇਨਕਮ ਦਾ ਜ਼ਿਕਰ ਕਰਦੇ ਹਾਂ, ਟੈਕਸ ਪੇਅਰ ਸਾਰੇ ਹੈ, ਕੋਈ ਵੀ ਚਾਹੇ ਉਹ ਨਵਾਂ ਆਇਆ ਚਾਹੇ ਪੁਰਾਣਾ ਹੈ, ਟੈਕਸ ਪੇ ਤਾਂ ਸਾਰੇ ਕਰਕੇ ਆਪਣੇ ਪਿਛਲੇ ਸਾਲਾਂ ਦੀ 3 ਸਾਲਾਂ ਦੀ ਇਨਕਮ ਦਿਖਾ ਰਹੇ ਆ। ਉਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਇਸ ਫੈਸਲੇ ਤੇ ਕਾਫੀ ਜਿਹੜਾ ਕ੍ਰਿਟਿਸਿਜ਼ਮ ਆ ਗਵਰਨਮੈਂਟ ਦਾ ਹੁੰਦਾ। ਇੱਕ ਅਰਸਾ ਸੀਗਾ ਔਲਖ ਸਾਹਿਬ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਇਹਦੇ ਤੇ ਕੋਈ ਕੈਪ ਨਹੀਂ ਸੀ ਰੱਖਿਆ, ਜਿੰਨੇ ਵੀ ਇਮੀਗ੍ਰੈਂਟ ਆਉਂਦੇ ਸੀ ਤੇ ਸਾਰਿਆਂ ਕੋਲ ਰਾਈਟ ਹੀ ਹੁੰਦਾ ਸੀ ਇੱਕ ਤਰੀਕੇ ਦੇ ਨਾਲ, ਜਾਂ ਪ੍ਰਿਵਿਲੇਜ ਕਹਿ ਲਓ, ਪਰ ਇਹ ਰਾਈਟ ਦੇ ਤੌਰ ਤੇ ਵਰਤਿਆ ਜਾਂਦਾ ਸੀਗਾ ਵੀ ਫੈਮਿਲੀ ਰੀਯੂਨੀਫਾਈ ਕਰਨ ਦੇ ਲਈ ਆਪਣੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਇੱਥੇ ਸਪਾਂਸਰ ਕੀਤਾ ਜਾ ਸਕਦਾ। ਉਹਦੀ ਬੜੀ ਪੁੱਛਗਿੱਛ ਨਹੀਂ ਸੀ ਹੁੰਦੀ। ਫਿਰ ਸਮੇਂ ਚੱਲਦੇ ਇਹ ਦੇਖਿਆ ਗਿਆ ਸੀ ਕਿ ਕੈਨੇਡਾ ਦੇ ਵਿੱਚ ਯੂਥ ਘਟ ਰਿਹਾ, ਸੀਨੀਅਰਸ ਵੱਧ ਰਹੇ ਆ ਤੇ ਅਸੀਂ ਆਪਣੇ ਸੀਨੀਅਰਸ ਨਾਲ ਕੈਨੇਡਾ ਦੇ ਵਿੱਚ ਤੇ ਨਜਿੱਠਣਾ ਹੀ ਆ, ਪਰ ਅਸੀਂ ਹੋਰ ਜਿਹੜੇ ਬਾਹਰਲੇ ਮੁਲਕਾਂ ਤੋਂ ਸੀਨੀਅਰਸ ਲਿਆ ਰਹੇ ਆ। ਜਦੋਂ ਫਿਰ ਉਹਨਾਂ ਨੇ ਆਉਣਾ ਹੁੰਦਾ ਹਜੇ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਕਿ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ, ਆਪਣੇ ਤੋਂ ਸਾਬਤ ਕਰਦੀਆਂ ਨੇ ਕਿ ਸਾਡੇ ਵਰਗਾ ਤੰਦਰੁਸਤ ਹੋਰ ਬੰਦਾ ਹੀ ਕੋਈ ਨਹੀਂ ਹੈ ਮੈਡੀਕਲ ਐਗਜ਼ਾਮੀਨੇਸ਼ਨ ਦੇ ਵਿੱਚ। ਪਰ ਇੱਕ ਪਾਸੇ ਕਿਹੜੀ ਬਿਮਾਰੀ ਹੈ ਜਿਹੜੀ ਉਹ ਨਹੀਂ ਕਰਾਉਂਦੇ ਸੀਗੇ, ਜਾਣੀ ਕਿ ਫਿਰ ਹੈਲਥ ਕੇਅਰ ਤੇ ਬਰਡਨ ਸਮਝਿਆ ਜਾਂਦਾ ਸੀਗਾ ਉਹ। ਤੇ ਦੂਸਰਾ ਪੈਨਸ਼ਨ ਸਿਸਟਮ ਤੇ ਜਦੋਂ ਲੋਕ ਇੱਥੇ ਆਉਂਦੇ ਫਿਰ ਉਹਨਾਂ ਦੀ ਪੈਨਸ਼ਨ ਵੀ ਡਿਮਾਂਡ ਹੁੰਦੀ ਆ ਜੀ ਕੈਨੇਡੀਅਨਸ ਨੂੰ ਦਿੰਦੇ ਆ ਤੇ ਸਾਨੂੰ ਵੀ ਦਿਓ। ਸੋ ਇਸ ਕਰਕੇ ਜਦੋਂ ਕਿ ਉਹਨਾਂ ਦਾ ਕੈਨੇਡਾ ਵਾਸਤੇ ਕੰਟਰੀਬਿਊਸ਼ਨ ਕੋਈ ਨਹੀਂ ਸੀ ਹੁੰਦਾ, ਉਹਨਾਂ ਨੇ ਜ਼ਿੰਦਗੀ ਕਿਸੇ ਹੋਰ ਗੁਜ਼ਾਰ ਕੇ ਕਿਸੇ ਹੋਰ ਦੇਸ਼ ਦੇ ਲਈ ਕੁਝ ਕੀਤਾ ਹੁੰਦਾ ਸੀਗਾ ਜੀ। ਸੋ ਇਸ ਕਰਕੇ ਇਸ ਚੀਜ਼ ਨੂੰ ਦੇਖਦਿਆਂ ਹੋਇਆ ਫਿਰ ਗਵਰਨਮੈਂਟ ਨੇ ਇਹ ਮਹਿਸੂਸ ਕੀਤਾ ਤੇ ਸਾਨੂੰ ਯੂਥ ਨੂੰ ਇੱਥੇ ਆਉਣ ਵਾਸਤੇ ਪ੍ਰਮੋਟ ਕਰਨਾ ਚਾਹੀਦਾ, ਸੀਨੀਅਰਸ ਦੇ ਨੰਬਰ ਦਾ ਜਿਹੜੇ ਉਹ ਲਿਮਿਟ ਕਰਨੇ ਚਾਹੀਦੇ ਆ ਤਾਂ ਕਿ ਸਾਡੇ ਹੈਲਥ ਕੇਅਰ ਤੇ ਸਾਡੇ ਪੈਨਸ਼ਨ ਸਿਸਟਮ ਤੇ ਬਰਡਨ ਜਿਹੜਾ ਅਨਨੈਸੈਸਰੀ ਉਹ ਨਾ ਪਵੇ। ਇਸੇ ਕਰਕੇ ਤਰ੍ਹਾਂ ਦੀਆਂ ਇਹਨਾਂ ਨੇ ਫਿਰ ਪਾਲਿਸੀਆਂ ਲਿਆਉਣੀਆਂ ਸ਼ੁਰੂ ਕੀਤੀਆਂ। ਹੁਣ ਅਸੀਂ 5,000 ਸਾਲ 'ਚ ਐਪਲੀਕੇਸ਼ਨ ਲਵਾਂਗੇ ਜੀ, ਫਿਰ 10,000 ਲਵਾਂਗੇ ਜੀ, 15,000 ਲਵਾਂਗੇ ਜੀ। ਹੁਣ ਕਰਦਿਆਂ ਕਰਾਉਂਦਿਆਂ 5-6 ਸਾਲਾਂ ਬਾਅਦ ਇਹ ਜਾਣੀ 30,000 ਐਪਲੀਕੇਸ਼ਨ ਤੇ ਆਏ ਆ। ਸੋ ਬਹੁਤ ਅਨਲਿਮਿਟਡ ਐਪਲੀਕੇਸ਼ਨ ਜਿਹੜੀਆਂ ਕਹਿ ਲਓ ਕਿ ਕੰਜ਼ਰਵੇਟਿਵ ਗਵਰਨਮੈਂਟ ਦੇ ਵੱਲੋਂ ਇਸ ਤਰ੍ਹਾਂ ਦੀਆਂ ਪਾਲਿਸੀਜ਼ ਲਿਆਂਦੀਆਂ ਗਈਆਂ ਸੀਗੀਆਂ, ਉਹਨਾਂ ਨੂੰ ਪੂਰੀ ਤਰ੍ਹਾਂ ਖੋਲਿਆ ਲਿਬਰਲ ਗਵਰਨਮੈਂਟ ਦੇ ਵੱਲੋਂ ਵੀ ਨਹੀਂ ਗਿਆ। ਤੇ ਲੱਗ ਰਿਹਾ ਸੀ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸੀਨੀਅਰਸ ਦੇ ਨੰਬਰ ਨੂੰ ਦੇਸ਼ ਦੇ ਵਿੱਚ ਲਿਮਿਟ ਰੱਖਣ ਦੇ ਲਈ ਬਾਹਰਲੇ ਮੁਲਕਾਂ ਤੋਂ ਇਦਾਂ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦਾ ਆਉਣਾ ਜਿਹੜਾ ਇਹ ਸੀਮਤ ਹੀ ਗਿਣਤੀ ਦੇ ਵਿੱਚ ਇਹਨਾਂ ਨੇ ਰੱਖਣਾ ਆ। ਸੋ ਉਹਦੇ ਵਿੱਚ ਫਿਰ ਇਹ ਲੋਟਰੀ ਸਿਸਟਮ ਲਿਆਂਦਾ ਹੋਇਆ ਜਿਹੜਾ ਉਹ ਵੀ ਕੰਮ ਨਹੀਂ ਕਰਦਾ। ਮਤਲਬ ਉਹ ਵੀ 25-30 ਘੰਟਿਆਂ ਦੇ ਵਿੱਚ ਹੀ ਸਾਰੀਆਂ ਐਪਲੀਕੇਸ਼ਨ ਪੂਰੀਆਂ ਹੋ ਜਾਂਦੀਆਂ ਸੀਗੀਆਂ, ਉਹਦੇ ਵਿੱਚ ਵੀ ਲੋਕ ਨਿਰਾਸ਼ ਰਹਿੰਦੇ ਸੀਗੇ। ਹੁਣ ਕਰਦਿਆਂ ਕਰਾਉਂਦਿਆਂ ਅਜੇ ਅਜਮਾਇਸ਼ ਦੇ ਤੌਰ ਤੇ ਇਹ ਰੈਂਡਮ ਸਿਲੈਕਸ਼ਨ ਸਿਸਟਮ ਜਿਹੜਾ ਲੋਟਰੀ ਸਿਸਟਮ ਕਾਫੀ ਇਹਦਾ ਕ੍ਰਿਟਿਸਿਜ਼ਮ ਹੁੰਦਾ ਰਹਿੰਦਾ, ਪਰ ਇਹ ਇਨ ਪਲੇਸ ਹੈ ਜੀ। ਰੋਲ ਸਾਹਿਬ, ਅਗਲਾ ਜਿਹੜਾ ਮੁੱਦਾ ਹੈ ਭਾਈਚਾਰੇ ਨਾਲ ਜੁੜਿਆ ਹੋਇਆ ਤੇ ਭਾਈਚਾਰੇ ਲਈ ਮਾਣ ਵਾਲੀ ਗੱਲ ਵੀ ਹੈ। ਜਦੋਂ ਅਸੀਂ 2019 'ਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਆਗਮਨ ਦਿਵਸ ਮਨਾਇਆ ਦੁਨੀਆ ਭਰ 'ਚ, ਪਹਿਲਾਂ ਤਾਂ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇਸ ਸੁਭਾਗਾ ਦਿਨ ਜਿਹੜਾ ਆਪਣੀ ਜ਼ਿੰਦਗੀ 'ਚ ਮਨਾਉਣ ਦਾ ਮੌਕਾ ਮਿਲਿਆ। ਤਾਂ ਉਸ ਵੇਲੇ ਇੱਕ ਵੱਡੀ ਅਨਾਊਂਸਮੈਂਟ ਜਿਹੜੀ ਬਰੈਂਪਟਨ ਦੇ ਸਿਵਿਕ ਹਸਪੀਟਲ ਵਿੱਚ ਐਮਰਜੈਂਸੀ ਡਿਪਾਰਟਮੈਂਟ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਉਸ ਦੇ ਸਾਈਨ ਬੋਰਡ ਨੂੰ ਲੈ ਕੇ ਹੋਈ ਸੀ ਕਿ ਉਸ ਨੂੰ ਉੱਚੀ ਜਗ੍ਹਾ ਤੇ ਲਾਇਆ ਜਾਣਾ। ਤੇ ਆਖਰ ਉਹ ਸੁਪਨਾ ਸਾਕਾਰ ਹੋਇਆ ਜਦੋਂ ਬੀਤੇ ਦਿਨੀ ਉਹ ਜਿਹੜਾ ਸਾਈਨ ਬੋਰਡ ਆ ਉੱਚੀ ਜਗ੍ਹਾ ਸੁਸ਼ੋਭਿਤ ਵੀ ਹੋਇਆ ਤੇ ਉਸ ਦਾ ਸ਼ਾਨਦਾਰ ਉਦਘਾਟਨ ਵੀ ਹੋਇਆ। ਮੈਂ ਚਾਹੂੰਗਾ ਕਿ ਉਸ ਬਾਰੇ ਵੀ ਜ਼ਰੂਰ ਚਾਨਣਾ ਪਾਓ ਤੁਸੀਂ। ਉਹ ਵੀ ਇੱਕ ਪੈਰਲਲ ਸਟਰਗਲ ਸੀਗੀ ਜੀ। ਤੇ LMIA ਦੇ ਜਿਹੜੀ ਲੋਕਲ ਲੈਵਲ ਤੇ ਆਪਾਂ ਕਰਦੇ ਆ ਰਹੇ ਸੀ ਕਿ ਵਿਲੀਅਮ ਔਸਲਰ ਜਿਹੜੇ ਹੈਲਥ ਫਾਊਂਡੇਸ਼ਨ ਤੇ ਸਿਸਟਮ ਹੈ, ਇਹਨਾਂ ਦੇ ਵੱਲੋਂ ਜਾਣੀ ਇਹ ਕਮਿਊਨਿਟੀ ਨੂੰ ਬਹੁਤ ਇੱਕ ਗੱਲ ਕਿ ਗਿਫਟ ਦੇ ਤੌਰ ਤੇ ਸੀ, ਜਾਂ ਕਮਿਊਨਿਟੀ ਨੇ ਵੀ ਘੱਟ ਹੀ ਸੀ ਆਪਣੇ ਵੱਲੋਂ ਕੀਤਾ ਵੀ ਕੰਟਰੀਬਿਊਟ। 2007 ਦੇ ਵਿੱਚ ਜਦੋਂ ਹਸਪੀਟਲ ਖੁੱਲ੍ਹਾ ਜੀ ਤੇ ਐਮਰਜੈਂਸੀ ਡਿਪਾਰਟਮੈਂਟ ਜਾਂ ਅਦਰਵਾਈਜ਼ ਹਸਪੀਟਲ ਦੀ ਕੰਸਟਰਕਸ਼ਨ ਦੇ ਵਿੱਚ ਜਿਹੜਾ ਜੀ ਕਿ ਆਪਣੇ ਕੰਟਰੀਬਿਊਸ਼ਨ ਦੇ ਨਾਲ ਵੱਡਾ ਯੋਗਦਾਨ ਪਾਇਆ ਸੀ। ਕਹ ਲਓ ਕਿ ਫੰਡ ਬਣ ਕੇ ਡਾਲਰ ਜਿਹੜੇ ਅੱਜ ਵੀ ਉਹ ਦਾਨ ਦੇ ਰੂਪ 'ਚ ਦਿੱਤੇ ਸੀਗੇ। ਉਹ ਫਿਰ ਇੱਕ ਥੈਂਕਸ ਵਜੋਂ ਗੁਰੂ ਨਾਨਕ ਜੀ ਦੇ ਨਾਂ ਨੂੰ ਜਿਹੜਾ ਜੀ ਸਮਰਪਿਤ ਕੀਤਾ ਗਿਆ ਸੀ ਐਮਰਜੈਂਸੀ ਡਿਪਾਰਟਮੈਂਟ, ਉਹ ਨਾਂ ਨੂੰ ਸਮਰਪਿਤ ਕਰਨ ਲਈ। ਪਰ ਜਿਹੜੀ ਉੱਥੇ ਬਾਹਰ ਉਹਨਾਂ ਨੇ ਬੋਰਡ ਲਾਇਆ ਸੀ ਉਹ ਨੀਵੀਂ ਜਗ੍ਹਾ ਤੇ ਲਾਇਆ ਸੀ। ਗੁਰੂ ਨਾਨਕ ਜੀ ਦਾ ਨਾਂ ਬਿਲਕੁਲ ਲਾਗਿਓਂ ਜਾ ਕੇ ਪੜ੍ਹਨਾ ਸੰਭਵ ਸੀਗਾ ਤੇ ਦੂਰੋਂ ਨਹੀਂ ਸੀ ਉਹ ਦਿਸਦਾ। ਅੱਛਾ, ਉਹਦੇ ਨਾਲੋਂ ਜਿਹੜੀ ਹੋਰ ਵੱਡੀ ਸ਼ਰਮਸਾਰ ਗੱਲ ਸੀ ਕਿ ਉੱਥੇ ਲੋਕ ਬਾਹਰ ਨਿਕਲ ਕੇ ਦਰਵਾਜ਼ੇ ਦੇ ਮੁੱਢ ਹੋਣ ਕਰਕੇ
ਸਿਗਰਟਾਂ ਵੀ ਉੱਥੇ ਪੀਂਦੇ ਸੀ ਤੇ ਸਿਗਰਟਾਂ ਦਾ ਜਿਹੜਾ ਬਚੀ ਹੋਈ ਅਖੀਰਲਾ ਉਹਦਾ ਬੱਟ ਹੁੰਦਾ ਸੀ ਉਹ ਵੀ ਉੱਥੇ ਸੁੱਟ ਦਿੱਤਾ ਜਾਂਦਾ ਸੀ ਸਾਈਨ ਦੇ ਮੋਹਰੇ। ਸੋ ਇਸ ਤਰ੍ਹਾਂ ਦੀ ਜਿਹੜੀ ਗੁਰੂ ਸਾਹਿਬ ਦੇ ਨਾਮ ਦੀ ਬੇਅਦਬੀ ਸੀ। ਹਸਪੀਟਲ ਦੀਆਂ ਸਰਵਿਸਿਜ਼ ਬਾਰੇ ਵੀ ਕਿੰਤੂ ਪਰੰਤੂ ਤਾਂ ਭਾਵੇਂ ਆਉਂਦੇ ਰਹੇ, ਪਰ ਹੁਣ ਅਸੀਂ ਇਹ ਨਹੀਂ ਸੀ ਉਡੀਕ ਸਕਦੇ ਕਿ ਪਹਿਲਾਂ ਸਰਵਿਸਿਜ਼ ਬੈਟਰ ਹੋ ਜਾਣ ਤੇ ਗੁਰੂ ਸਾਹਿਬ ਦੀ ਬੇਅਦਬੀ ਬਾਅਦ ਦੇ ਵਿੱਚ ਰੋਕਾਂਗੇ। ਇਹ ਮਸਲਾ ਅਲੱਗ ਸੀਗਾ। ਇਸ ਕਰਕੇ ਲਗਾਤਾਰ ਇਹ ਅੱਜ ਵੀ ਮੈਨੇਜਮੈਂਟ ਦੇ ਨਾਲ ਜਦੋਂ ਵੀ ਮੈਨੂੰ ਓਪਰਚੁਨਿਟੀ ਮਿਲਦੀ ਸੀ ਉਹਨਾਂ ਨੂੰ ਇਹਦੇ ਬਾਰੇ ਅਵੇਅਰ ਕਰੀਦਾ ਸੀਗਾ। ਕਰਦੇ ਹਾਂ ਜੀ, ਦੇਖਦੇ ਹਾਂ ਜੀ, ਕਰਨਾ ਆ ਵੀ। ਉਹ ਵੀ ਏਦਾਂ ਹੀ ਸੀਗਾ ਜਿੱਦਾਂ LMIA ਦੀ ਸਟਰਗਲ ਦੇ ਵਿੱਚ ਕਾਫੀ ਲਾਰੇ ਲੱਪੇ ਸੀ, ਇਹਦੇ ਵਿੱਚ ਤਾਂ ਮੈਂ ਦੇਖਿਆ ਵੀ ਕਾਫੀ ਲਾਰੇ ਲੱਪੇ ਜਿਹੜੇ ਆ ਜੀ ਵੀ ਉਹ ਲੱਗਦੇ ਰਹੇ। ਕਰਦਿਆਂ ਕਰਾਉਂਦਿਆਂ ਸਮੇਂ ਦੇ ਅਨੁਸਾਰ ਭਾਵੇਂ ਸਾਡੀ ਕਮਿਊਨਿਟੀ ਚੋਂ ਹਸਪੀਟਲ ਦੇ ਵਿੱਚ ਸਟਾਫ ਤਾਂ ਬਹੁਤ ਭਰਤੀ ਹੋਏ, ਪਰ ਕਿਸੇ ਨੇ ਉਹ ਗੇਟ ਤੋਂ ਲੰਘਦੇ ਵੀ ਰੋਜ਼ ਉੱਥੋਂ ਹੀ ਰਹੇ, ਲੰਘਦੀਆਂ ਵੀ ਉੱਥੋਂ ਹੀ ਰਹੇ, ਪਰ ਉਹ ਕਿਸੇ ਦੇ ਦਿਮਾਗ ਵਿੱਚ ਨਹੀਂ ਆਇਆ ਵੀ ਅਸੀਂ ਇਹ ਵੀ ਹਸਪੀਟਲ ਦੇ ਵਿੱਚ ਹੁੰਦਿਆਂ ਹੋਇਆਂ ਠੀਕ ਕਰਵਾ ਲਈਏ। ਸੋ ਲੇਕਿਨ ਕਿ ਅੱਜ ਆਪਾਂ ਦੇਖ ਰਹੇ ਹਾਂ ਜੀ, ਫਿਰ ਜਦੋਂ ਕਰਦਿਆਂ ਕਰਾਉਂਦਿਆਂ ਡਾਕਟਰ ਨਵੀਦ ਮੁਹੰਮਦ ਵਿਲੀਅਮ ਓਸਲਰ ਹੈਲਥ ਫਾਊਂਡੇਸ਼ਨ ਦੇ ਜਾਂ ਕਹ ਲਓ ਵੀ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ CEO ਬਣੇ, ਫਿਰ ਜਦੋਂ ਅਚਾਨਕ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਦੇ ਅੱਗੇ ਰੱਖਿਆ ਮਸਲਾ, ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜਾ ਸਾਈਨ ਹੈ ਆਪਾਂ ਇਹ ਜ਼ਰੂਰ ਇਸ ਨੂੰ ਇੰਪਰੂਵ ਕਰਾਂਗੇ। ਤੇ ਬਾਕੀ ਉਹਨਾਂ ਨੇ ਆਪਣੇ ਵੈਦ ਦੇ ਮੁਤਾਬਕ ਅਜਿਹਾ ਕੀਤਾ, ਪਰ ਉਹ ਵੀ ਕਾਫੀ ਸਲੋ ਸੀ। ਜਦੋਂ ਬੈਠਿਆ ਮੇਰੇ ਮਾਈਂਡ ਵਿੱਚ ਆਇਆ ਵੀ ਤੁਸੀਂ ਕਰੋ ਜੀ, ਆਪਾਂ ਇਹਨਾਂ ਨੂੰ ਕਹਿ ਕੇ ਦੇਖ ਲੈਂਦੇ ਹਾਂ ਵੀ ਖਰਚੇ ਜਿੰਨੇ ਹੋਣਗੇ ਅਸੀਂ ਦਿਆਂਗੇ, ਕਮਿਊਨਿਟੀ ਦੇਗੀ। ਫਿਰ ਉਹ ਬੜੇ ਤੇਜ਼ ਹੋ ਗਏ ਤੇ ਹੁਣ $16,000 ਦਾ ਕੰਟਰੀਬਿਊਸ਼ਨ ਪਾ ਕੇ ਕਰਨੈਲ ਸਿੰਘ ਜੀ ਖਾਲਸਾ ਸਾਡੀ ਕਮਿਊਨਿਟੀ ਦੇ ਬਿਜ਼ਨਸਮੈਨ, ਉਹਨਾਂ ਨੇ $16,000 ਦਾ ਕੰਟਰੀਬਿਊਸ਼ਨ ਦਿੱਤਾ। ਇਹ ਸਾਈਨ ਆਪਾਂ ਦੇਖਿਆ ਜੀ। ਫਿਰ ਹੁਣ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦੇ ਮੌਕੇ ਤੇ ਪਿਛਲੇ ਸਾਲ ਇਹਦਾ ਵਰਚੁਅਲ ਜਿਹੜਾ ਜੀ ਵੀ ਇਨਾਗੂਰੇਸ਼ਨ ਕਰ ਲਿਆ ਗਿਆ ਸੀਗਾ। 17 ਨੂੰ ਇਹ ਕੰਧ ਤੇ ਉੱਥੇ ਜੀ ਟੌਪ ਤੇ ਮਾਊਂਟ ਕੀਤਾ ਗਿਆ। ਕਹਿ ਲਓ ਕਿ ਪੈਰਾਂ ਤੋਂ ਚੁੱਕ ਕੇ ਸਾਈਨ ਨੂੰ ਸਿਰਾਂ ਤੇ ਰੱਖਣ ਦਾ ਜੋ ਪ੍ਰੋਜੈਕਟ ਸੀ ਉਸ ਨੂੰ ਕਰ ਲਿਆ ਤੇ ਬਕਾਇਦਾ ਤੌਰ ਤੇ 23 ਜੁਲਾਈ ਨੂੰ ਇਸ ਦਾ ਜਿਹੜਾ ਰਸਮੀ ਤੌਰ ਤੇ ਇਨ ਪਰਸਨ ਰਸਮ ਕਰਕੇ ਉਦਘਾਟਨ ਵੀ ਕੀਤਾ ਗਿਆ। ਸੋ ਉਸ ਲਿਹਾਜ਼ ਨਾਲ ਇਹ ਮਿਸ਼ਨ ਵੀ ਆਪਣਾ ਸਿਰੇ ਚੜਿਆ ਜੀ। ਬਿਲਕੁਲ, ਬਹੁਤ ਵੱਡੀ ਮਾਣਮੱਤੀ ਪ੍ਰਾਪਤੀ ਹੈ ਜਿੱਥੇ ਜੌਲ ਸਾਹਿਬ ਨੇ ਇਸ ਪ੍ਰੋਜੈਕਟ ਲਈ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਦਿਨ ਰਾਤ ਕੰਮ ਕੀਤਾ। ਉੱਥੇ ਕਰਨੈਲ ਸਿੰਘ ਖਾਲਸਾ ਜੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਨ੍ਹਾਂ ਦੇ ਉਦਮ ਸਦਕਾ ਜਿਹੜਾ ਇਹ ਬੋਰਡ ਹੈ, ਸਾਈਨ ਬੋਰਡ ਹੈ, ਉੱਪਰਲੀ ਜਗ੍ਹਾ 'ਤੇ ਸੁਸ਼ੋਭਿਤ ਹੋਇਆ। ਤੇ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਐਮਰਜੈਂਸੀ ਡਿਪਾਰਟਮੈਂਟ ਬਰੈਂਪਟਨ ਹਸਪੀਟਲ ਦਾ ਜਦੋਂ ਵੀ ਤੁਸੀਂ ਬੁਏਟ ਡਰਾਈਵ ਈਸਟ ਤੋਂ ਗੁਜ਼ਰਦੇ ਹੋ, ਸਾਹਮਣੇ ਉੱਚੀ ਜਗ੍ਹਾ 'ਤੇ ਤੁਹਾਨੂੰ ਇਹ ਸਾਈਨ ਬੋਰਡ ਜਿਹੜਾ ਹੁਣ ਨਜ਼ਰ ਆਉਂਦਾ ਅਤੇ ਤੁਹਾਡਾ ਜਿਹੜਾ ਸ਼ਹਿਰ ਹੈ ਮਾਨ ਨਾਲ ਉੱਚਾ ਵੀ ਹੁੰਦਾ। ਜੌਲ ਸਾਹਿਬ ਨਾਲ ਹੀ ਸਭ ਉਹ ਪੁਰਾਣਾ ਜਿਹੜਾ ਸਾਈਨ ਸੀ ਉਹ ਰਿਮੂਵ ਵੀ ਆਪਾਂ ਕਰਾ ਲਿਆ। ਪੁਰਾਣਾ ਸਾਈਨ ਹੁਣ ਪੈਰਾਂ 'ਚ ਜਿਹੜਾ ਸੀਗਾ ਉਹ ਉੱਥੇ ਨਹੀਂ ਹੈਗਾ। ਉਹੀ ਜਿਹੜਾ ਸਿਰ ਤੋਂ ਆਪਾਂ ਕਹਿ ਲਓ ਕਿ ਪੈਰਾਂ 'ਚ ਚੁੱਕ ਕੇ ਸਿਰ ਤੇ ਸਾਈਨ ਰੱਖਿਆ ਐਨ ਦੀਵਾਰ ਦੇ ਉੱਪਰ ਕਾਫੀ ਵੱਡੇ ਅੱਖਰਾਂ 'ਚ। ਹੁਣ ਤਾਂ ਕਈ ਵਾਰੀ ਦੇਖੀ ਤਾਂ ਬੁਵੇਟ ਤੋਂ ਸੱਜੇ ਖੱਬੇ ਆਉਂਦੇ ਜਾਂਦੇ ਲੋਕ ਆਪ ਮੁਹਾਰੇ ਹੀ ਕਈ ਵਾਰੀ ਉਧਰ ਨੂੰ ਦੇਖਦੇ ਆ ਸ਼ੌਂਕ ਨਾਲ ਵੀ ਗੁਰੂ ਸਾਹਿਬ ਦਾ ਨਾਂ ਦੇਖੀਏ, ਜਾਂ ਫਿਰ ਗੱਡੀ ਮੋੜ ਕੇ ਉੱਥੇ ਲਾਗੇ ਜਾ ਕੇ ਤਸਵੀਰ ਵੀ ਖਿਚਾ ਕੇ ਆਉਂਦੇ ਆ। ਸੋ ਸੰਗਤਾਂ ਦੇ ਵਿੱਚ ਹੁਣ ਬੜੀ ਖੁਸ਼ੀ ਦੀ ਲਹਿਰ ਹੈ। ਬਿਲਕੁਲ, ਵਾਕਈ ਖੁਸ਼ੀ ਦੀ ਲਹਿਰ ਹੈ। ਜਦੋਂ ਅਸੀਂ ਸੇਵਾ ਸਮਰਪਣ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਜੌਲ ਸਾਹਿਬ ਨੇ ਜ਼ਿਕਰ ਕੀਤਾ ਕਿ ਜਦੋਂ ਹਸਪਤਾਲ ਦੀ ਸਥਾਪਨਾ ਦਾ ਜ਼ਿਕਰ ਹੈ, ਬਿਲਡਿੰਗ ਦਾ ਜ਼ਿਕਰ ਹੈ, ਉਸ ਵੇਲੇ ਵੀ ਵੱਡਾ ਕੰਟਰੀਬਿਊਸ਼ਨ ਪਾਇਆ। ਅਤੇ ਅਸੀਂ ਹਮੇਸ਼ਾ ਗੁਰੂ ਸਾਹਿਬ ਦੇ ਜਿਹੜੇ ਨਾਮ ਨੇ ਜਾਂ ਉਹਨਾਂ ਦੇ ਨਾਲ ਜੁੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ। ਅਤੇ ਜਦੋਂ ਸਿਗਰਟ ਨੋਸ਼ੀ ਦੀ ਗੱਲ ਆਉਂਦੀ ਹੈ ਤਾਂ ਉਹ ਕਾਫੀ ਚਰਚਾ 'ਚ ਰਹਿੰਦੀ ਸੀ ਗੱਲ, ਬੋਰਡ ਨੀਵਾਂ ਹੋਣ ਕਰਕੇ ਬੇਅਦਬੀ ਜਿਹੜੀ ਹੁੰਦੀ ਸੀ ਨਾਮ ਦੀ, ਉਸ ਲਿਹਾਜ਼ ਨਾਲ ਜਿਹੜਾ ਇਹ ਪ੍ਰੋਜੈਕਟ ਸੀ ਸਿਰੇ ਚੜ੍ਹਿਆ ਪਰਮਾਤਮਾ ਦੀ ਕਿਰਪਾ ਨਾਲ, ਗੁਰੂ ਸਾਹਿਬ ਦੀ ਕਿਰਪਾ ਨਾਲ। ਜੌਲ ਸਾਹਿਬ, ਜਿਹੜੀ ਅਗਲਾ ਜ਼ਿਕਰ ਕਰਨਾ ਚਾਹਾਂਗੇ, ਟਰੱਕਿੰਗ ਇੰਡਸਟਰੀ ਨਾਲ ਜੁੜੀ ਹੋਈ ਇੱਕ ਅਹਿਮ ਮੁੱਦਾ ਸੀ। ਹਾਲਾਂਕਿ ਬੀਤੇ ਦਿਨਾਂ ਦੌਰਾਨ ਇੱਕ ਟ੍ਰਿੰਟੀ ਕਾਮਨ 'ਚ ਇਕੱਠ ਵੇਖਣ ਨੂੰ ਵੀ ਮਿਲਿਆ, ਪਰ ਉਸ ਤੋਂ ਇਲਾਵਾ ਜਿਹੜਾ ਇੱਕ ਪਹਿਲਾਂ ਹੀ ਮੁੱਦਾ ਚੱਲ ਰਿਹਾ ਸੀ ਖਬਰਾਂ ਵਿੱਚ, ਜਿਹੜੇ ਸਾਡੇ ਟਰੱਕ ਵੀਰ ਜਿਹੜੇ ਜਾਂਦੇ ਆ ਅਮਰੀਕਾ ਨੂੰ US ਬਾਰਡਰ 'ਤੇ, ਜੋ ਉਹਨਾਂ ਦੇ ਲੰਚ ਬਾਕਸ ਹੁੰਦੇ ਆ, ਖਾਣੇ ਵਾਲੇ ਡੱਬੇ ਹੁੰਦੇ ਆ, ਉਹਨਾਂ ਨੂੰ ਕੁੱਤਿਆਂ ਨੂੰ ਸੰਘਾਉਣ ਦਾ ਮਾਮਲਾ, ਉਹ ਕਾਫੀ ਇਤਰਾਜ਼ਯੋਗ ਜਿਹੜੀ ਗੱਲ ਸੀ। ਔਰ ਟਰੱਕ ਚਲਾਉਣ ਵਾਲੇ ਵੀਰਾਂ ਭੈਣਾਂ ਨੇ ਉਸ ਗੱਲ 'ਤੇ ਇਤਰਾਜ਼ ਪ੍ਰਗਟ ਕੀਤਾ ਸੀ। ਉਸ ਮਸਲੇ 'ਤੇ ਕੀ ਅਪਡੇਟ ਆ ਜੀ? ਔਲਖ ਸਾਹਿਬ, ਇਹ ਵੀ ਇੱਕ ਉਹ ਮਸਲਾ ਹੈ ਜਿਹੜਾ ਇਹ 2021 ਦੇ ਵਿੱਚ ਸਾਨੂੰ ਰਿਜ਼ੋਲਵ ਕਰਨ ਦਾ ਮੌਕਾ ਮਿਲਿਆ ਜੀ। ਸੋ 2021 ਦੇ ਵਿੱਚ 3 ਖੁਸ਼ਖਬਰੀਆਂ ਇਹ ਵੱਡੀਆਂ ਰਹੀਆਂ। ਇੱਕ ਤੇ ਇਹ ਲੰਚ ਬਾਕਸ ਕੁੱਤਿਆਂ ਨੂੰ ਸੰਘਾਉਣ ਵਾਲੀ ਗੱਲ, ਜਾਂ ਫਿਰ ਗੁਰੂ ਨਾਨਕ ਦੇਵ ਜੀ ਦਾ ਉਹ ਸਾਈਨ ਹਸਪੀਟਲ ਦੇ ਵਿੱਚ ਸਹੀ ਜਗ੍ਹਾ ਤੇ ਪਹੁੰਚਾਉਣ ਤੱਕ, ਜਾਂ ਫਿਰ ਇਹ LMIA ਦੇ ਸਿਲਸਿਲੇ ਦੇ ਵਿੱਚ ਨਵੀਂ ਪਾਲਿਸੀ ਲਿਆਉਣ ਦੇ ਵਿੱਚ 3 ਆਪਣੀਆਂ ਜਿਹੜੀਆਂ ਜੀ ਵੀ ਇਹ ਪ੍ਰਾਪਤੀਆਂ ਅਸੀਂ ਦਰਜ ਕਰਾ ਸਕਦੇ ਹਾਂ। ਇਹ ਸੀਗਾ ਜੀ ਕਿ ਜਦੋਂ ਹੁਣ ਭੈਣ ਭਰਾਵਾਂ ਨੂੰ ਕੋਈ ਮੁਸ਼ਕਲ ਆਉਂਦੀ ਆ ਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਉਹਨਾਂ ਦੀ ਕੋਈ ਸਹਾਇਤਾ ਕਰ ਸਕਦੇ ਹਾਂ, ਇਹਨੂੰ ਰਿਜ਼ੋਲਵ ਕਰ ਸਕਦੇ ਹਾਂ, ਤੇ ਫਿਰ ਉਹ ਸਾਨੂੰ ਕਈ ਵਾਰੀ ਆਪਣੀਆਂ ਜਿਹੜੀਆਂ ਮੁਸ਼ਕਲਾਂ ਜੀ ਵੀ ਉਹ ਦੱਸਦੇ ਨੇ ਗਾਹੇ ਬਗਾਹੇ, ਤੇ ਫਿਰ ਵਾਕਿਆ ਜਦੋਂ ਇਹਦੇ ਵਿੱਚ ਲੱਗਦਾ ਵੀ ਜ਼ਰੂਰ ਕੁਝ ਕਰਨ ਦੀ ਲੋੜ ਆ ਤੇ ਫਿਰ ਆਪਣੇ ਵੱਲੋਂ ਉਪਰਾਲੇ ਵਿੱਢੇ ਜਾਂਦੇ ਆ। ਇਹ ਫਿਰ ਜਦੋਂ ਹੁਣ ਦੱਸਿਆ ਜਾ ਰਿਹਾ ਸੀਗਾ ਵੀ ਖਾਸ ਤੌਰ ਤੇ ਸਾਰਨੀਆਂ ਜਾਂ ਫਿਰ ਵਿੰਡਜ਼ਰ ਨਿਆਗਰਾ ਸਾਈਡ ਤੇ ਓਨਟਾਰੀਓ ਦੇ ਨਾਲ ਜਿਹੜੇ ਮੇਨਲੀ ਜਿਹੜੇ ਇਹ ਕਹ ਲਓ ਵੀ ਐਂਟਰੀ ਪੋਰਟਸ ਲੱਗਦੀਆਂ US ਦੇ ਨਾਲ, ਉੱਥੇ
ਜਦੋਂ ਕਿ ਹੁਣ ਟਰੱਕ ਨੂੰ ਸੈਕਿੰਡ ਇਨਸਪੈਕਸ਼ਨ ਦੇ ਵਾਸਤੇ ਉਹਨਾਂ ਨੇ ਰੈਂਡਮਲੀ ਸਿਲੈਕਟ ਕੀਤਾ ਜੀ। ਤੇ ਇੱਕ ਘੰਟਿਆਂ ਦੀ ਉੱਥੇ ਜਿਹੜੀ ਡਰਾਈਵਰ ਨੂੰ ਜੀ ਤੇ ਵੇਟਿੰਗ ਹੋ ਜਾਂਦੀ ਆ, ਉਹਦਾ ਟਾਈਮ ਜਿਹੜਾ ਕੰਪਨੀ ਉਹਨੂੰ ਪੇ ਨਹੀਂ ਕਰਦੀ ਅਕਸਰ। ਇਹਦੇ ਨਾਲ ਫਿਰ ਜਾਣੀ ਕਿ ਉਸ ਇੰਤਜ਼ਾਰ ਦੇ ਵਿੱਚ ਜੇ ਵੀ ਜਿਹੜਾ ਖਾਣਾ ਆ ਡਰਾਈਵਰ ਦੇ ਕੋਲ ਉਹ ਵੀ ਕਈ ਵਾਰੀ ਜਾਂ ਰਿਲੀਜ਼ ਨਹੀਂ ਸੀ ਕੀਤਾ ਜਾਂਦਾ ਤੇ ਡਰਾਈਵਰ ਲੈ ਨਹੀਂ ਸੀ ਸਕਦੇ, ਤੇ ਜਦੋਂ ਕੁੱਤਾ ਛੱਡਿਆ ਜਾਂਦਾ ਸੀਗਾ ਟਰੱਕ ਦੀ ਉਹ ਉੱਥੇ ਸੁੰਘਣ ਦੇ ਲਈ, ਉਹ ਖਾਣਾ ਵਿੱਚ ਹੀ ਉਹ ਡੱਬਾ ਜਿਹੜਾ ਉਹ ਸੁੰਘਾਇਆ ਜਾਂਦਾ ਸੀਗਾ। ਇਹ ਇਸ਼ੂ ਜਦੋਂ ਫਿਰ ਆਟੋਬਾ ਦੇ ਵਿੱਚ ਮੈਨੂੰ ਮੌਕਾ ਮਿਲਿਆ ਜਿਹੜੇ ਪਬਲਿਕ ਸੇਫਟੀ ਮਿਨਿਸਟਰੀ ਦੇ ਕੋਲ ਉਠਾਇਆ, ਉਹਨਾਂ ਨੇ ਫਿਰ ਬਕਾਇਦਾ ਤੌਰ ਤੇ ਜੀ ਬੜਾ ਰੈਪਿਡਲੀ ਵੈਸੇ ਇਹਦੇ ਤੇ ਕੰਮ ਕੀਤਾ। ਮੈਂ ਥੈਂਕਫੁਲ ਉਹਨਾਂ ਦਾ ਹੋਣਾ ਚਾਹੁੰਦਾ, ਮੇਰੇ ਕੋਲ ਇਨ ਰਾਈਟਿੰਗ ਇਹਦਾ ਸਾਰਾ ਰੈਕਡ ਵੀ ਮੌਜੂਦ ਹੈ ਵੀ ਕਿੱਦਾਂ ਇਹ ਮਸਲਾ ਆਪਾਂ ਰਿਜ਼ੋਲਵ ਕੀਤਾ। ਸੋ ਇਸ ਤਰੀਕੇ ਦੇ ਨਾਲ ਆਇਆ ਜੀ। ਫਿਰ ਉਹਨਾਂ ਨੇ ਹੁਣ ਇਹ ਪ੍ਰੋਸੈਸ ਅਪਣਾਇਆ ਵੀ ਜਦੋਂ ਕਿਸੇ ਟਰੱਕ ਨੂੰ ਸੈਕਿੰਡ ਇਨਸਪੈਕਸ਼ਨ ਲਈ ਬਾਹਰ ਕੱਢਣਾ ਤੇ ਡਰਾਈਵਰ ਤੋਂ ਪਹਿਲਾਂ ਹੀ ਆਫੀਸਰ ਨੇ ਪੁੱਛ ਲੈਣਾ ਕਿ ਤੁਹਾਡਾ ਜਿਹੜਾ ਫੂਡ ਆ ਜੀ ਉਹ ਸੈਪਰੇਟ ਕਰ ਦਿਓ, ਹਨਾ ਜੀ, ਉਹਨੂੰ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਜਾਂਚ ਲਾਂਗੇ ਤਾਂ ਕਿ ਵੀ ਗਲਤੀ ਨਾਲ ਵੀ ਉਹ ਕੁੱਤਾ ਜਿਹੜਾ ਉਹਨੂੰ ਸੁੰਘ ਨਾ ਜਾਵੇ। ਪਹਿਲਾਂ ਆਪਾਂ ਇਹ ਨਹੀਂ ਸਮਝਦੇ ਵੀ ਆਫੀਸਰ ਜਾਣ ਕੇ ਫੂਡ ਜਿਹੜਾ ਉਹ ਕੁੱਤੇ ਨੂੰ ਸੁੰਘਾਉਂਦੇ ਸੀਗੇ। ਹੁਣ ਆਫੀਸਰ ਨੂੰ ਨਹੀਂ ਪਤਾ ਵੀ ਟਰੱਕ ਦੇ ਵਿੱਚ ਕੀ ਕੀ ਅੰਦਰ ਪਿਆ। ਡਰਾਈਵਰਾਂ ਨੂੰ ਵੀ ਥੋੜਾ ਜਿਹਾ ਇਹ ਪ੍ਰੋਐਕਟਿਵਲੀ ਚਾਹੀਦਾ ਕਿ ਆਪਣਾ ਜਿਹੜਾ ਫੂਡ ਆ ਜਾਂ ਆਪਣਾ ਜੋ ਕਿ ਉਹਨਾਂ ਦੀ ਕੋਈ ਧਾਰਮਿਕ ਸਮੱਗਰੀ ਹੈ ਉਹਦੇ ਬਾਰੇ ਆਫੀਸਰ ਨੂੰ ਪਹਿਲਾਂ ਦੱਸਿਆ ਜਾਵੇ ਵੀ ਆਹ ਚੀਜ਼ ਆ, ਇਹਦੇ ਬਾਰੇ ਜਰਾ ਖਿਆਲ ਕਰ ਲਿਓ ਕਿ ਜੇ ਕੁੱਤੇ ਨੂੰ ਨਾ ਸੁੰਘਾਉਣ ਤਾਂ। ਸੋ ਆਫੀਸਰ ਬੜੇ ਕੋਆਪਰੇਟਿਵ ਨੇ, ਸਾਨੂੰ ਵੀ ਉਹਨਾਂ ਨੂੰ ਇਨਫੋਰਮ ਕਰਕੇ ਕਈ ਵਾਰੀ ਉਹਨਾਂ ਨੂੰ ਵੀ ਸਹੀ ਗੱਲ ਦਾ ਪਤਾ ਲੱਗਦਾ। ਸੋ ਹੁਣ ਲੱਗਦਾ ਜੀ ਵੀ ਇਸ ਤਰੀਕੇ ਦੇ ਨਾਲ ਇਹ ਸਰਹੱਦੀ ਲਾਂਘਿਆਂ ਦੇ ਉੱਤੇ ਇਹ ਇਸ਼ੂ ਜਿਹੜਾ ਵੀ ਇਹ ਵੀ 2 ਹਫ਼ਤੇ ਪਹਿਲਾਂ ਰਿਜ਼ੋਲਵ ਹੋ ਚੁੱਕਾ ਜੀ। ਬਿਲਕੁਲ। ਔਰ ਕਿਤੇ ਨਾ ਕਿਤੇ ਬਹੁਤ ਅਹਿਮ ਮੁੱਦਾ ਸੀ ਧਾਰਮਿਕ ਸਮੱਗਰੀ ਨੂੰ ਲੈ ਕੇ ਵੀ, ਕਿਉਂਕਿ ਅਸੀਂ ਰੱਬ ਨੂੰ ਮੰਨਣ ਵਾਲੀ ਕੌਮ ਵਿੱਚੋਂ ਆ। ਕਈ ਵਾਰ ਕੋਈ ਬੰਦਾ ਆਪਣੀ ਧਾਰਮਿਕ ਸਮੱਗਰੀ ਸਾਜੋ ਸਮਾਨ ਲੈ ਕੇ ਜਿਹੜਾ ਜਾਂਦਾ ਹੈ ਲੌਂਗ ਡਰਾਈਵ 'ਤੇ ਜਾਂਦੇ ਆ ਜਾਂ ਟਰੱਕ ਵਾਲੇ ਜਿਹੜੇ ਵੀਰ ਨੇ, ਤਾਂ ਜ਼ਰੂਰੀ ਹੋ ਜਾਂਦਾ ਕਿ ਆਪਣੇ ਜਿਹੜਾ ਉਹ ਨਿੱਜੀ ਸਮਾਨ ਹੈ ਉਸ ਬਾਰੇ ਅਗਾਊਂ ਤੌਰ 'ਤੇ ਹੀ ਅਧਿਕਾਰੀਆਂ ਨੂੰ ਜਾਣੂ ਕਰਾ ਦੇਣ। ਤਾਂ ਜੋਤ ਸਾਹਿਬ, ਇੱਕ ਜਿਹੜਾ ਪਿਛਲੇ ਦਿਨ ਹੀ ਇੱਥੇ ਪ੍ਰੋਟੈਸਟ ਵੇਖਣ ਨੂੰ ਮਿਲਿਆ ਟਰੱਕ ਵੀਰਾਂ ਵੱਲੋਂ ਟ੍ਰਿੰਟੀ ਕਾਮਨਸ 'ਤੇ, ਉਸ ਤੋਂ ਬਾਅਦ ਇੱਕ ਜਿਹੜੀਆਂ ਤਸਵੀਰਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਕਿ ਕੰਪਨੀ ਮਾਲਕ ਦੇ ਘਰ ਦੇ ਬਾਹਰ ਰੋਸ ਮੁਜ਼ਾਹਰਾ ਆਪਣੇ ਮਿਹਨਤਾਨਾ ਤੇ ਪੇ ਨੂੰ ਲੈ ਕੇ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਆਪਾਂ ਜਿੱਧਰ ਨੂੰ ਜਾਂਦੇ ਹਾਂ ਅੱਛੇ ਕੰਮਾਂ ਕਰਕੇ ਵੀ ਤੇ ਇਹੋ ਜਿਹੇ ਕੰਮਾਂ ਕਰਕੇ ਵੀ ਜਾਣੀ ਕਿ ਨਵਾਂ ਹੀ ਕਿਸਮ ਦਾ ਇਤਿਹਾਸ ਬਣਾਉਂਦੇ ਆ ਜੀ। ਕਿ ਕੈਨੇਡਾ ਦੇ ਵਿੱਚ ਅੱਜ ਤੱਕ ਕਿਸੇ, ਹੁਣ ਆਪਾਂ ਬਹੁਤ ਸੱਭਿਆਚਾਰਕ ਇੱਥੇ ਮਲਟੀ ਕਲਚਰਲ ਸੁਸਾਇਟੀ ਆ ਵੀ ਕਿਸੇ ਹੋਰ ਕਮਿਊਨਿਟੀ ਦੇ ਲੋਕਾਂ ਨੇ ਉਹਨਾਂ ਨੂੰ ਤਨਖਾਹ ਨਾ ਮਿਲਣ ਕਰਕੇ ਇਦਾਂ ਡੈਮੋਸਟ੍ਰੇਸ਼ਨ ਇੰਪਲੋਇਰ ਦੇ ਘਰ ਦੇ ਸਾਹਮਣੇ ਜਾ ਕੇ ਕਰਨਾ ਪਿਆ ਹੋਵੇ। ਇੱਕ ਨਵਾਂ ਇਤਿਹਾਸ ਹੈ ਕੈਨੇਡਾ ਦਾ, ਅੱਜ ਤੱਕ ਨਹੀਂ ਇਹ ਗੱਲ ਸੁਣੀ ਸੀਗੀ। ਬਿਲਕੁਲ। ਸੋ ਇਹਦੇ ਵਿੱਚ ਇਹ ਆ ਜੀ ਵੀ ਹੁਣ ਜਿਹਨੂੰ ਬੁਲਾਓ ਉਹੀ ਫਿਕਸ ਪੈਂਦੇ ਨੇ। ਵਰਕਰਾਂ ਦਾ ਹਾਲ ਬਹੁਤ ਬੁਰਾ ਕੀਤਾ ਹੋਇਆ ਬਹੁਤ ਸਾਰੇ ਇੰਪਲੋਇਰ ਨੇ, ਕੰਪਲੇਂਟਸ ਬਹੁਤ ਜ਼ਿਆਦੀਆਂ ਨੇ। ਵਰਕਰਸ ਉਹੀ ਮਜਬੂਰੀਆਂ ਵਾਲੀ ਮੁੰਗਲੀ ਆਪੋ ਆਪਣੀਆਂ ਮਜਬੂਰੀਆਂ ਗਣਾਈ ਜਾਂਦੇ ਨੇ। ਲੋਕ ਰੂਲ ਦੇ ਇੱਥੇ ਆ ਕੇ ਫੋਲੋ ਕਰਨੇ ਨਹੀਂ, ਠੀਕ ਹੈ ਜੀ, ਮਜਬੂਰੀਆਂ ਹੈਗੀਆਂ ਨੇ, ਪਰ ਅਸੀਂ ਤਬਾਹ ਹੋ ਕੇ ਆਏ ਆ ਕਿਉਂਕਿ ਅਸੀਂ ਰੂਲ ਫੋਲੋ ਕਰਨ ਵਾਲੀ ਕੌਮ ਉੱਥੇ ਨਹੀਂ ਰਹੇ। ਅਸੀਂ ਇੱਥੇ ਵੀ ਉਹੀ ਕੰਮ ਨਹੀਂ ਕਰਨਾ ਆਏ ਤੇ ਜੇ ਉਹੀ ਕਰਾਂਗੇ ਤੇ ਫਿਰ ਨਤੀਜੇ ਵੀ ਜੀਵਨ ਇੱਥੇ ਵੀ ਨਰਕ ਹੀ ਬਣੂਗਾ। ਸੋ ਇਸ ਕਰਕੇ ਜੇ ਰੂਲ ਫੋਲੋ ਨਹੀਂ ਕਰਨਾ, ਮਜਬੂਰੀਆਂ ਗਣਾਈ ਜਾਣੀਆਂ ਤੇ ਫਿਰ ਤੇ ਤੁਹਾਨੂੰ ਪਤਾ ਹੀ ਆ ਵੀ ਕੋਈ ਅੱਛੀ ਚੀਜ਼ ਆ ਜਿਹੜੀ ਉਹ ਲਾਈਫ ਆ ਜਿੱਦਾਂ ਦੀ ਸੁਪਨਮਈ ਉਹ ਹਾਸਲ ਨਹੀਂ ਹੋ ਸਕਦੀ। ਇਸ ਕਰਕੇ ਹੀ ਲੇਕਿਨ ਤੇ ਇਹ ਜਿਹੜੇ ਇੰਪਲੋਇਰਸ ਆ ਉਹਨਾਂ ਦੀ ਡਿਊਟੀ ਬਣਦੀ ਆ ਕਿ ਉਹ ਪ੍ਰੋਪਰਲੀ ਚੈਨਲਾਈਜ਼ ਤਰੀਕੇ ਦੇ ਨਾਲ ਆਪਣੇ ਇੰਪਲੋਈ ਨੂੰ ਹਾਇਰ ਕਰਨ, ਉਹਨਾਂ ਨੂੰ ਪ੍ਰੋਪਰਲੀ ਐਟਲੀਸਟ ਮਿਨੀਮਮ ਵੇਜ ਜਿਹੜੀ ਆ ਉਹ ਗਾਰੰਟੀਡ ਪੇ ਕਰਨ। ਪਰ ਜੇ ਨਹੀਂ ਕੀਤੀ ਜਾਂਦੀ ਉਹਦੇ ਵਾਸਤੇ ਫਿਰ ਬਕਾਇਦਾ ਤੌਰ ਤੇ ਸਾਡੇ ਕੋਲ ਇੰਪਲੋਇਮੈਂਟ ਸਟੈਂਡਰਡਸ ਐਕਟ ਹੈਗਾ ਜਿਹਦੇ ਤਹਿਤ ਕਾਰਵਾਈ ਇੰਪਲੋਇਰ ਤੇ ਹੋ ਸਕਦੀ ਆ। ਇਸੇ ਕਰਕੇ ਬਹੁਤ ਸਾਰੇ ਜਿਹੜੇ ਮਾਮਲੇ ਆ ਜੀ ਹੁਣ ਇਹ ਲੇਬਰ ਕੋਰਟ ਦੇ ਵਿੱਚ ਜਾ ਰਹੇ ਨੇ ਤੇ ਇੰਪਲੋਇਰਸ ਦੇ ਅਗੇਂਸਟ ਡਿਸਾਈਡ ਹੋ ਰਹੇ ਨੇ, ਜਾਂ ਫਿਰ ਮਾਮਲਾ ਲੇਬਰ ਕੋਰਟ ਜਾਣ ਤੋਂ ਪਹਿਲਾਂ ਇੰਪਲੋਇਰ ਉਹਨਾਂ ਦਾ ਨਾਂ ਸੁਣ ਕੇ ਕਈ ਵਾਰੀ ਚੈੱਕ ਲਿਖ ਕੇ ਦੇਣ ਦੇ ਲਈ ਹੁਣ ਸਹਿਮਤ ਹੁੰਦੇ ਜਾ ਰਹੇ ਆ। ਪਰ ਮਸਲਾ ਉੱਥੇ ਉਲਝ ਜਾਂਦਾ ਜਿੱਥੇ ਇੰਪਲੋਈ ਨੇ ਰੂਲ ਫੋਲੋ ਨਹੀਂ ਕੀਤੇ ਹੁੰਦੇ। ਕੰਪਲੇਂਟ ਕਰਨ ਤੋਂ ਉਹਨੂੰ ਡਰ ਲੱਗਦਾ, ਮਤਲਬ ਸਕੇਡ ਹੋ ਜਾਂਦੇ ਆ। ਉਦਾਂ ਆਪਾਂ ਅਣਖੀ ਕੌਮ ਆ, ਅਣਖੀਲੇ ਬਹੁਤਾਂ ਗੱਲੀ ਬਾਤੀ, ਪਰ ਇਹੋ ਜਿਹੇ ਕੰਮਾਂ 'ਚ ਕਿਉਂ ਆਪਾਂ ਡਰ ਜਾਂਦੇ ਆ? ਕਿਉਂਕਿ ਜੀ ਬਈ ਇੱਕ ਸਟੂਡੈਂਟ ਆ ਜਿਹੜਾ 20 ਘੰਟੇ ਹਫ਼ਤੇ 'ਚ ਵੱਧ ਤੋਂ ਵੱਧ ਕੰਮ ਕਰ ਸਕਦਾ ਹੈ, ਪਰ ਉਹਨੇ ਕੰਮ ਕੀਤਾ ਹੁੰਦਾ ਜ਼ਿਆਦਾ। ਜੇ ਉਹ ਕੰਪਲੇਂਟ ਕਰੂ ਇਹ ਗੱਲ ਬਾਹਰ ਆਊਗੀ ਵੀ ਉਹਨੇ ਖੁਦ ਰੂਲ ਫੋਲੋ ਨਹੀਂ ਕੀਤਾ, ਜਿਹੜਾ ਕਿ ਗਾਂ ਜਾ ਕੇ ਉਹਦੀ PR ਤੇ ਵਰਕ ਪਰਮਿਟ ਰਿਨਿਊਅਲ ਦੇ ਵਿੱਚ ਰੁਕਾਵਟ ਬਣੂ, ਜਿਸ ਕਰਕੇ ਉਹ ਇਹ ਕੰਪਲੇਂਟ ਵਾਲੇ ਰਾਹ ਤੇ ਸਟੂਡੈਂਟ ਵਰਕਰ ਵੀ ਨਹੀਂ ਤੁਰ ਸਕਦੇ ਹੁੰਦੇ। ਇਸ ਗੱਲ ਦਾ ਇੰਪਲੋਇਰ ਨੂੰ ਪਤਾ ਹੋਣ ਕਰਕੇ ਐਕਸਪਲੋਇਟੇਸ਼ਨ ਜਿਹੜੀ ਹੋਰ ਵੀ ਜ਼ਿਆਦਾ ਕੀਤੀ ਜਾਂਦੀ ਆ। ਸੋ ਇਸ ਕਰਕੇ ਇਹ ਜੀ ਵੀ ਦੋਨਾਂ ਤਰ੍ਹਾਂ ਨੂੰ ਜਿੰਨਾ ਚਿਰ ਕੈਨੇਡਾ ਦੇ ਵਿੱਚ ਆ ਕੇ ਆਪਾਂ ਰੂਲ ਫੋਲੋ ਕਰਨ ਵਾਲੀ ਕੌਮ ਨਹੀਂ ਬਣਦੇ, ਚੰਗੇ ਨਤੀਜੇ ਨਹੀਂ ਪ੍ਰਾਪਤ ਹੋਣਗੇ। ਬਿਲਕੁਲ। ਜੋਲ ਸਾਹਿਬ, ਤੁਸੀਂ 20 ਘੰਟਿਆਂ ਦਾ ਜ਼ਿਕਰ ਕੀਤਾ, ਇਹ ਵੀ ਇੱਕ ਭਖ ਦਾ ਮੁੱਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਮਹਿੰਗਾਈ ਹੈ ਇੱਥੇ, ਕਿਸ ਤਰ੍ਹਾਂ ਦੇ ਰੈਂਟ ਨੇ, ਗੱਡੀਆਂ ਦੇ ਖਰਚੇ, ਇੰਸ਼ੋਰੈਂਸ, ਸਭ ਕੁਝ।
ਸਾਡੇ ਚੁਣੇ ਹੋਏ ਨੁਮਾਇੰਦੇ ਵੀ ਸਾਡੇ ਵਿੱਚ ਰਹਿੰਦੇ ਨੇ, ਅਸੀਂ ਵੀ ਇੱਥੇ ਵਿਚਰਦੇ ਦੇਖਦੇ ਹਾਂ ਕਿ 20 ਘੰਟੇ ਕੰਮ ਕਰਕੇ ਕੋਈ ਇੰਟਰਨੈਸ਼ਨਲ ਸਟੂਡੈਂਟ ਗੁਜ਼ਾਰਾ ਨਹੀਂ ਕਰ ਸਕਦਾ। ਇਹ ਸਾਰੀ ਸਥਿਤੀ ਪਤਾ ਹੋਣ ਦੇ ਬਾਵਜੂਦ ਸਾਡੇ ਲੋਕ ਨੁਮਾਇੰਦੇ ਇਸ ਦੇ ਘੰਟੇ ਵਧਾਉਣ ਦੀ ਲੀਗਲ ਅਪਰੂਵਲ ਹੋਣੀ ਚਾਹੀਦੀ ਹੈ। ਇਹਦੇ ਵਿੱਚ ਇਸ ਤਰ੍ਹਾਂ ਹੈ ਔਲਖ ਸਾਹਿਬ ਵੀ ਸਾਨੂੰ ਥੋੜਾ ਜਿਹਾ ਅਵੇਅਰ ਸਾਨੂੰ ਵੀ ਹੋਣਾ ਪੈਣਾ ਜੀ। ਕੈਨੇਡਾ ਨੇ ਇੱਕ ਸਿਸਟਮ ਤਿਆਰ ਕੀਤਾ, ਇੱਕ ਆਪਰਚੁਨਿਟੀ ਦਿੱਤੀ ਆ ਯੂਥ ਨੂੰ ਵੀ ਆਹ ਰੂਲ ਫੋਲੋ ਕਰਕੇ ਇਸ ਤਰੀਕੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਜੀਵਨ ਸ਼ੁਰੂ ਕਰ ਸਕਦੇ ਹੋ ਜੀ। ਹੁਣ ਪ੍ਰਾਈਮ ਫੋਕਸ ਸਟੱਡੀ ਪਰਮਿਟ ਦਾ ਹੈਗਾ, ਸਟੱਡੀ ਕਰਨਾ। ਬਿਲਕੁਲ। ਪ੍ਰਾਈਮ ਫੋਕਸ ਵਰਕ ਕਰਨਾ ਨਹੀਂ, ਉਹ ਸਟੱਡੀ ਪਰਮਿਟ ਵਰਕ ਪਰਮਿਟ ਨਹੀਂ ਹੈਗਾ ਜੀ। ਜਦੋਂ ਸਟੱਡੀ ਪਰਮਿਟ ਅਪਲਾਈ ਕੀਤਾ ਸੀ ਉਦੋਂ ਘਰੇ ਪਤਾ ਸੀ ਵੀ 20 ਘੰਟੇ ਅਲਾਉਡ ਹੈ। ਉਦੋਂ ਉਹਨਾਂ ਕੰਡੀਸ਼ਨਸ ਨੂੰ ਆਪਾਂ ਮੰਨ ਕੇ ਸਾਰੀ ਤਰ੍ਹਾਂ ਸਾਈਨ ਕਰਕੇ ਸਟੱਡੀ ਪਰਮਿਟ ਲੈ ਕੇ ਇੱਥੇ ਤਿਆਰ ਹੋ ਕੇ ਨਵੀਆਂ ਸਾਰੀਆਂ ਚੀਜ਼ਾਂ ਲੈ ਕੇ ਆਏ ਸੀ। ਬਿਲਕੁਲ। ਏਅਰਪੋਰਟ ਤੋਂ ਬਾਹਰ ਨਿਕਲਦਿਆਂ ਕਿੱਦਾਂ ਲੱਗਣ ਲੱਗਿਆ ਵੀ 20 ਘੰਟੇ ਇਨਫ ਨਹੀਂ ਹੈਗੇ, ਜਦੋਂ ਕਿ ਇਹ ਆਪਾਂ ਆਲਰੇਡੀ ਉੱਥੋਂ ਚੀਜ਼ ਮੰਨ ਕੇ ਆਏ ਆ। ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਪੜ੍ਹਨ ਦੇ ਬਹਾਨੇ ਆਏ ਆ, ਚਲੋ ਪੜ੍ਹਨ ਤਾਂ ਨਹੀਂ ਆਏ, ਪਰ ਸਰਕਾਰ ਸਮਝਦੀ ਆ ਤੁਹਾਨੂੰ ਸਟੱਡੀ ਪਰਮਿਟ ਮਿਲਿਆ ਤੇ ਤੁਹਾਡਾ ਜਿਹੜਾ ਪ੍ਰਾਈਮ ਫੋਕਸ ਉਹ ਪੜ੍ਹਨਾ ਹੈ ਨਾ ਕਿ ਕੰਮ ਕਰਨਾ ਆ। ਸੋ ਇਸ ਕਰਕੇ ਹਰ ਇੱਕ ਨੂੰ ਜਦੋਂ ਉੱਥੋਂ ਘਰੋਂ ਚੱਲਦੇ ਨੇ ਇਸ ਗੱਲ ਲਈ ਤਿਆਰ ਹੋ ਕੇ ਆਉਣਾ ਪੈਣਾ ਵੀ 2 ਸਾਲ ਅਗਲੇ ਜਿਹੜੇ ਆ ਉਹਦਾ ਬਜਟ ਅਸੀਂ ਮੇਨਟੇਨ ਰੱਖ ਸਕੀਏ। ਸੋ ਜੇ ਹੁਣ 20 ਦੀ ਬਜਾਏ 40 ਘੰਟੇ ਕੰਮ ਕਰੋਗੇ ਤੇ ਪੜੋਗੇ ਕਦੋਂ? ਟਾਰਗੇਟ ਤੁਹਾਡਾ ਪੜ੍ਹਨਾ ਹੈ। ਇਸ ਕਰਕੇ ਸਟੱਡੀ ਦੀ ਕੁਆਲਿਟੀ ਨੂੰ ਮੇਨਟੇਨ ਕਰਨ ਦੇ ਲਈ ਗਵਰਨਮੈਂਟ ਇਹ 20 ਘੰਟਿਆਂ ਨੂੰ ਹੋਰ ਇਨਕਰੀਜ਼ ਕਰਨ ਦੇ ਲਈ ਹੈਜ਼ੀਟੈਂਟ ਹੈ। ਤੇ ਮੈਨੂੰ ਥੋੜਾ ਜਿਹਾ ਲੌਜਿਕ ਸਮਝ ਵੀ ਆਉਂਦਾ ਕਿ ਸਟੱਡੀ ਪਰਮਿਟ ਹੈ ਨਾ ਕਿ ਵਰਕ ਪਰਮਿਟ ਹੈ ਜੀ। ਪਰ ਜੌਹਲ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਸਭ ਕੁਝ ਪਹਿਲਾਂ ਸਪਸ਼ਟ ਹੁੰਦਾ ਸਟੱਡੀ ਪਰਮਿਟ ਲੈਣ ਵੇਲੇ, ਜਦੋਂ ਅਸੀਂ ਇਸ ਰਾਹ ਤੇ ਤੁਰਦੇ ਹਾਂ, ਤਾਂ ਕੀ ਤੁਹਾਨੂੰ ਨਹੀਂ ਲੱਗਦਾ ਪਿੱਛੇ ਬੈਠਾ ਜਿਹੜਾ ਪਰਿਵਾਰ ਹੈ ਜਾਂ ਮਾਪੇ ਆ ਉਹ ਵੀ ਇਸ ਗੱਲ ਨੂੰ ਜਿਹੜਾ ਆਪਣਾ ਬਜਟ ਪਲਾਨ ਕਰਕੇ ਚੱਲਣ? ਕਿਉਂ ਇੱਥੇ ਅਸੀਂ ਦੇਖਦੇ ਹਾਂ ਸਾਨੂੰ ਜਿਹੜੇ ਬੱਚੇ ਉਹ ਡਿਪਰੈਸਡ ਵੀ ਮਿਲਦੇ ਆ, ਪਿੱਛੇ ਕਈਆਂ ਦੇ ਕਰਜ਼ੇ ਦੀ ਵੀ ਸਮੱਸਿਆ। ਸੋ ਕਿਤੇ ਨਾ ਕਿਤੇ ਪਲੈਨਿੰਗ ਉਸ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ ਕਿ 20 ਘੰਟਿਆਂ ਨੂੰ ਹੀ ਅਸੀਂ ਸੱਚ ਮੰਨ ਕੇ ਚੱਲੀਏ। ਤੁਸੀਂ ਔਲਖ ਸਾਹਿਬ ਹੈਰਾਨ ਹੋ ਜਾਓਗੇ, ਮੈਂ ਜਦੋਂ ਕਿਤੇ ਮੇਨ ਸਟ੍ਰੀਮ ਜਾ ਕੇ ਗੱਲ ਕਰੀਏ ਨਾ, ਇਹ ਤਾਂ ਹੁਣ ਕਰਜ਼ਿਆਂ ਦਾ ਤੇ ਦੁੱਖਾਂ ਦਾ, ਜ਼ਮੀਨਾਂ ਵੇਚੀਆਂ ਦਾ ਤੇ ਆਪਾਂ ਨੂੰ ਪਤਾ। ਬਿਲਕੁਲ। ਕੈਨੇਡੀਅਨ ਮੇਨ ਸਟ੍ਰੀਮ 'ਚ ਉੱਥੇ ਮੈਂ ਜਾ ਕੇ ਆਟਵਾ ਕਿਤੇ ਗੱਲ ਕਰਾਂ MP ਸਾਹਿਬਾਨਾਂ ਨਾਲ, ਉਹ ਕਹਿੰਦੇ ਜੀ ਤੁਹਾਡੀ ਤਾਂ ਕਮਿਊਨਿਟੀ ਇੰਨੀ ਅਮੀਰ ਆ, ਤੁਹਾਡੀ ਕਮਿਊਨਿਟੀ ਦੇ ਵਿੱਚ ਇੰਨਾ ਪੈਸਾ ਆ ਕਿ ਉਹ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਭੇਜ ਰਹੇ ਆ ਜੀ। ਇਸ ਚੀਜ਼ ਦਾ ਮਤਲਬ ਹੀ ਹੋਰ ਕੁਝ ਕੱਢ ਰਹੇ ਆ ਸਾਡੇ ਇੱਥੇ ਕੈਨੇਡੀਅਨ ਦਾ ਜਿਹੜੇ ਜੀ ਵੀ ਤੁਹਾਡੀ ਤਾਂ ਕਮਿਊਨਿਟੀ ਉੱਥੇ ਕਮਾਲ ਦੀ ਆ। ਪਰ ਹੁਣ ਵਿਚਲੇ ਲੂਪ ਹੋਲਸ ਆਪਾਂ ਨੂੰ ਮਤਲਬ ਆਪਾਂ ਉਹਨਾਂ ਨੂੰ ਨਹੀਂ ਦੱਸਦੇ ਵੀ ਸਾਡੀ ਆਪਣੀ ਪਰਿਵਾਰਕ ਮਸਲਾ ਆ, ਠੀਕ ਤਰੀਕੇ ਦੇ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਅਪਰਚੁਨਿਟੀ ਮਿਲ ਰਹੀ ਆ ਕਿ ਅਸੀਂ ਕਰਜ਼ੇ ਲੈ ਕੇ ਉੱਥੋਂ ਤੁਰਦੇ ਆ, ਇੱਥੇ ਆ ਕੇ ਜਿਹੜੀ ਸੁਸਾਈਡ ਤੱਕ ਗੱਲ ਪਹੁੰਚਦੀ ਆ, ਕਿਉਂ ਪਹੁੰਚਦੀ ਆ। ਸੋ ਇਹ ਤੇ ਸਾਡੀਆਂ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਹੈ ਜਿਹਦੇ ਤੇ ਕਿ ਸਾਨੂੰ ਕੰਮ ਕਰਨ ਦੀ ਲੋੜ ਹੈ ਕਿ ਬੱਚਿਆਂ ਨੂੰ ਹੁਣ ਇੱਥੇ ਦਾ ਸਿਸਟਮ ਇਹ ਸਮਝਦਾ ਵੀ ਜਦੋਂ 18 ਸਾਲ ਦੀ ਏਜ ਪੂਰੀ ਕਰ ਲਈ ਤਾਂ ਉਹਦੇ ਕੋਲ ਡਿਸੀਜਨ ਮੇਕਿੰਗ ਐਲੀਜੀਬਿਲਿਟੀ ਆ ਗਈ। ਤੇ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਮੇਰੇ ਪਰਿਵਾਰ ਨੇ, ਮੇਰੇ ਪੇਰੈਂਟਸ ਨੇ ਜਾਂ ਬਾਕੀ ਸਭ ਕੁਝ, ਚਲੋ ਉਸ ਤਰੀਕੇ ਨਾਲ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਤਾਂ ਹੈਗੀ ਆ, ਪ੍ਰੈਸ਼ਰ ਉਹਨਾਂ ਦਾ ਹੁੰਦਾ ਹੀ ਆ, ਪਰ ਸਾਨੂੰ ਉੱਥੋਂ ਤੁਰਨ ਵੇਲੇ ਆਪਣੇ 2-3 ਸਾਲਾਂ ਦਾ ਪਲਾਨ ਬਣਾ ਕੇ ਜ਼ਰੂਰ ਤੁਰਨਾ ਪੈਣਾ, ਆਪਣਾ ਰਿਜ਼ਰਵ ਫੰਡ ਰੱਖ ਕੇ ਤੇ 20 ਘੰਟੇ ਮੈਂ ਕੰਮ ਕਰਨਾ, ਬਾਕੀ 2-3 ਸਾਲ ਮੈਂ ਆਹ ਪੜ੍ਹਨਾ, ਉਸ ਤੋਂ ਬਾਅਦ PR ਲੈ ਕੇ ਸਾਰੀ ਉਮਰ ਕੰਮ ਹੀ ਕਰਨਾ। ਬਿਲਕੁਲ ਹਨਾ। ਸੋ ਆਪਣੀ ਜਿਹੜੀ ਲਾਈਫ ਬਣਾਉਣ ਦਾ ਉਹ ਸਟਰਗਲ ਦਾ ਟਾਈਮ ਉਹਨੂੰ ਪਲਾਨ ਕੀਤਾ ਜਾਣਾ ਚਾਹੀਦਾ, ਉਹਦੇ ਵਿੱਚ ਕੈਨੇਡਾ ਨਾਲ ਨਾ ਧੱਕਾ ਕੀਤਾ ਜਾਵੇ ਤੇ ਉਹਦੇ ਨਾਲ ਫਿਰ ਆਪਣੇ ਆਪ ਨਾਲ ਧੱਕਾ ਤੇ ਨੈਚੁਰਲੀ ਹੋ ਹੀ ਜਾਂਦਾ ਜੀ। ਬਿਲਕੁਲ। ਜੌਹਲ ਸਾਹਿਬ ਜਾਂਦੇ ਜਾਂਦੇ ਕੋਈ ਅਖੀਰ ਵਿੱਚ ਕਮਿਊਨਿਟੀ ਨੂੰ ਸੁਨੇਹਾ ਖਾਸ ਦੇਣਾ ਚਾਹੋ? ਬਸ ਇੰਨਾ ਹੀ ਆ ਜੀ ਕਿ ਅਸੀਂ ਇਹ ਜਿਹੜਾ ਇੱਥੇ ਆ ਕੇ ਵੀ ਕਈ ਵਾਰੀ ਫਿਰ ਮਹਿਸੂਸ ਹੁੰਦਾ ਨਾ, ਆਪਾਂ ਨੂੰ ਆਉਣ ਤੋਂ ਪਹਿਲਾਂ ਤਾਂ ਲੱਗਦਾ ਕੈਨੇਡਾ ਸਵਰਗ ਚੱਲੀਏ। ਬਿਲਕੁਲ। ਉਸ ਤੋਂ ਬਾਅਦ ਫਿਰ ਲੱਗਦਾ ਵੀ ਨਾ ਹੀ ਆਉਂਦੇ ਤੇ ਚੰਗਾ ਸੀ। ਉਸ ਤੋਂ ਪਹਿਲਾਂ ਕੋਈ ਫੋਨ ਤੇ ਸਮਝਾਵੇ ਇੱਥੋਂ ਦੀਆਂ ਸੱਚਾਈਆਂ ਤੇ ਮੰਨਣ ਨੂੰ ਤਿਆਰ ਨੇ ਵੀ ਤੁਸੀਂ ਆਪ ਉੱਥੇ ਬੈਠੇ ਤੇ ਸਾਨੂੰ ਰੋਕਦੇ ਆ। ਇਸ ਕਰਕੇ ਇਹ ਆ ਕੈਨੇਡਾ ਨੰਬਰ 1 ਰੂਲ ਫੋਲੋ ਕਰਨ ਵਾਲੇ ਲੋਕਾਂ ਕਰਕੇ ਸੀ ਤੇ ਹੈ ਤੇ ਰਹੂਗਾ ਤਾਂ ਜੇ ਇੱਥੇ ਆਪਣੇ ਵਰਗੇ ਜਿਹੜੇ ਆਪਣੇ ਵਿੱਚੋਂ ਲੋਕ ਹੈਗੇ ਨੇ ਵੀ ਰੂਲ ਫੋਲੋ ਨਹੀਂ ਕਰਨੇ, ਉਹ ਵੱਧ ਜਾਣਗੇ। ਜੇ ਕੌਮ ਦੇ ਵਿੱਚ ਰੂਲ ਨਾ ਫੋਲੋ ਕਰਨ ਵਾਲੇ ਲੋਕ ਵੱਧ ਜਾਣ, ਉੱਥੇ ਅਫਰਾ ਤਫਰੀ ਹੁੰਦੀ ਹੈ। ਇਸ ਅਫਰਾ ਤਫਰੀ ਨੂੰ ਆਪਣੇ ਪੰਜਾਬੀਆਂ ਤੋਂ ਵੱਧ ਹੋਰ ਕੌਣ ਸਮਝ ਸਕਦਾ, ਜਿਹੜੇ ਕਿ ਦੁਨੀਆ ਦੇ ਵਿੱਚ ਉੱਜੜ ਕੇ ਖਾਕ ਛਾਣਦੇ ਫਿਰਦੇ ਆ ਧਰਤੀ ਤੇ, ਕਿਤੇ ਕੋਈ ਟਿਕਾਣਾ ਨਹੀਂ। ਆਓ ਰੂਲ ਫੋਲੋ ਕਰਨ ਵਾਲੀ ਕੌਮ ਬਣੀਏ ਤਾਂ ਕਿ ਕਿਤੇ ਟਿਕਾਣਾ ਮਿਲ ਜਾਵੇ ਜੀ। ਬਿਲਕੁਲ। ਬਹੁਤ ਬਹੁਤ ਧੰਨਵਾਦ ਜੌਹਲ ਸਾਹਿਬ ਸਮਾਂ ਦੇਣ ਲਈ। ਥੈਂਕ ਯੂ ਜੌਹਲ ਸਾਹਿਬ ਜੀ। ਇਹ ਸਨ ਸਤਪਾਲ ਸਿੰਘ ਜੌਹਲ, ਕਮਿਊਨਿਟੀ ਦੇ ਮੰਨੇ ਪੱਤਰਕਾਰ ਜਿਹੜੇ ਚਲੰਤ ਮਾਮਲਿਆਂ ਤੇ ਅਪਡੇਟ ਦਿੰਦੇ ਆ, ਮਸਲੇ ਹੱਲ ਵੀ ਕਰਾਉਂਦੇ ਆ ਤੇ ਵੱਡੀਆਂ ਉਦਾਹਰਨਾਂ ਜਿਨ੍ਹਾਂ 'ਚ LMIA ਦੀ ਅਸੀਂ ਅੱਜ ਜ਼ਿਕਰ ਕੀਤਾ, ਬਰੈਂਪਟਨ ਸਿਵਿਕ ਹਸਪੀਟਲ 'ਚ
ਗੁਰੂ ਨਾਨਕ ਐਮਰਜੈਂਸੀ ਸਾਈਨ ਬੋਰਡ ਦੀ ਗੱਲ ਉਹਨਾਂ ਨੇ ਮਸਲਾ ਹੱਲ ਕਰਵਾਇਆ, ਜਿਹਦੀ ਲਗਾਤਾਰ ਥੱਲੇ ਨੀਵਾਂ ਹੋਣ ਕਰਕੇ ਉਸ ਦੀ ਸਿਗਰਟ ਨੋਸ਼ੀ ਕਰਕੇ ਬੇਅਦਬੀ ਹੁੰਦੀ ਸੀ। ਇਸ ਤੋਂ ਇਲਾਵਾ ਬਾਰਡਰ 'ਤੇ ਜਿਹੜਾ ਚੈਕਿੰਗ ਦੌਰਾਨ ਕੁੱਤਿਆਂ ਨੂੰ ਫੂਡ ਸੰਘਾਉਣ ਦਾ, ਲੰਚ ਬਾਕਸ ਸੰਘਾਉਣ ਦਾ ਮਾਮਲਾ ਸਾਡੇ ਟਰੱਕਾਂ ਵਾਲੇ ਵੀਰਾਂ ਦਾ ਹੱਲ ਕਰਾਇਆ। ਸੋ ਇਸ ਤਰ੍ਹਾਂ ਕਮਿਊਨਿਟੀ ਦੇ ਮਸਲੇ ਹੱਲ ਕਰਾਉਣ 'ਚ ਸਦਾ ਮੋਹਰੀ ਰੋਲ ਉਹ ਅਦਾ ਕਰਦੇ ਨੇ। ਕਾਫੀ ਲੇਟੈਸਟ ਅਪਡੇਟ ਉਹਨਾਂ ਨੇ ਦਿੱਤੀ ਹੈ ਅਤੇ ਭਾਈਚਾਰੇ ਨੂੰ ਵੱਖ-ਵੱਖ ਪਹਿਲੂਆਂ ਤੋਂ ਜਿਹੜਾ ਜਾਗਰੂਕ ਵੀ ਕਰਾਇਆ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕੋਈ ਵੀ ਫੀਡਬੈਕ ਦੇਣ ਲਈ ਤੁਸੀਂ ਸਾਡੇ ਨਾਲ ਸੋਸ਼ਲ ਮੀਡੀਆ 'ਤੇ ਜੁੜ ਸਕਦੇ ਹੋ। ਪੰਜਾਬ ਸਟਾਰ ਟੀਵੀ ਦਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਜਲਦੀ ਨਵੇਂ ਬੁਲੇਟਿਨ ਨਾਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਦਿਓ ਆਗਿਆ। ਧੰਨਵਾਦ।